Hello students, this is Dr. Amit Juneja, lecturer economics, Shahid Balwinder Singh Government Senior Secondary Smart School, ਸਾਬੂਆਣਾ ਡਿਸਟ੍ਰਿਕਟ ਫਾਜ਼ਿਲਕਾ। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਗੱਲ ਕਰਾਂਗੇ ਆਪਣੇ ਜਿਹੜੇ ਪੈਮਾਨੇ ਦੇ ਪ੍ਰਤੀਫਲ ਦਾ ਟੌਪਿਕ ਚੱਲ ਰਿਹਾ ਸੀ, ਉਹਦੇ ਜਿਹੜੇ ਦੋ ਪੈਮਾਨੇ ਦੇ ਪ੍ਰਤੀਫਲ ਆਪਣੇ ਬਾਕੀ ਰਹਿ ਗਏ ਸੀ। ਅੱਜ ਆਪਾਂ ਉਹ ਦੋ ਪੈਮਾਨੇ ਦੇ ਪ੍ਰਤੀਫਲ ਜਿਹੜਾ ਉਹ ਦੇਖਾਂਗੇ। ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜਾ ਦੀਰਘ ਕਾਲ ਦਾ ਉਤਪਾਦਨ ਫਲਨ ਹੈ ਉਹ ਕੀ ਚੀਜ਼ ਹੁੰਦੀ ਹੈ। ਆਪਾਂ ਨੂੰ ਅਲੱਗ-ਅਲੱਗ ਨਾਮ ਵੀ ਦਿੱਤੇ ਸੀ ਵੀ ਜਿਹੜਾ ਦੀਰਘ ਕਾਲ ਦਾ ਉਤਪਾਦਨ ਫਲਨ ਹੈ ਆਪਾਂ ਨੂੰ ਪੈਮਾਨੇ ਦੇ ਪ੍ਰਤੀਫਲ ਵੀ ਕਹਿੰਦੇ ਹਾਂ। ਆਪਾਂ ਉਹਨੂੰ ਜਿਹੜਾ ਹੈ ਉਹ ਸਮਾਨ ਅਨੁਪਾਤ ਦਾ ਨਿਯਮ ਜਾਂ ਸਥਿਰ ਅਨੁਪਾਤ ਦਾ ਨਿਯਮ ਜਿਹੜਾ ਹੈ ਉਹ ਵੀ ਕਹਿੰਦੇ ਆ। ਹੁਣ ਜਿਹੜੇ ਉਹਦੇ ਚ ਆਪਾਂ ਨੂੰ ਪ੍ਰਤੀਫਲ ਮਿਲਦੇ ਨੇ, ਮਤਲਬ ਜਦੋਂ ਆਪਾਂ ਆਪਣੇ ਉਤਪਾਦਨ ਦੇ ਸਾਧਨ ਤੇ ਗੈਰ ਸਾਧਨ ਜਦੋਂ ਬਦਲਾਂਗੇ ਤਾਂ ਉਹਦੇ ਬਦਲੇ ਵਿੱਚ ਜੋ ਆਪਾਂ ਨੂੰ ਮਿਲੇਗਾ ਕੀ ਮਿਲੇਗਾ, ਉਤਪਾਦਨ ਮਿਲੇਗਾ। ਉਹ ਉਤਪਾਦਨ ਕੀ ਮਿਲੇਗਾ, ਵੱਧ ਕੇ ਮਿਲੇਗਾ। ਯਾਨੀ ਆਪਾਂ ਆਪਣੇ ਉਤਪਾਦਨ ਦੇ ਜਿਹੜੇ ਸਾਧਨ ਨੇ ਉਹਨਾਂ 'ਚ ਜਿੰਨਾ ਬਦਲਾਵ ਕਰਾਂਗੇ ਉਤਪਾਦਨ ਵਿੱਚ ਜਿਹੜਾ ਬਦਲਾਵ ਹੋਏਗਾ ਉਸ ਤੋਂ ਜ਼ਿਆਦਾ ਹੋਏਗਾ। ਇਸੇ ਕਰਕੇ ਆਪਾਂ ਨੂੰ ਪੈਮਾਨੇ ਦੇ ਵੱਧਦੇ ਪ੍ਰਤੀਫਲ ਦਾ ਨਾਮ ਜਿਹੜਾ ਹੈ ਉਹ ਦਿੱਤਾ ਸੀ। ਅੱਜ ਆਪਾਂ ਗੱਲ ਕਰਦੇ ਹਾਂ ਹੋਰ ਦੋ ਤਰ੍ਹਾਂ ਦੇ ਪ੍ਰਤੀਫਲ ਦੇ। ਹੁਣ ਉਹਦੇ ਚੋਂ ਕੀ ਹੈ, ਹੁਣ ਆਪਣਾ ਟੌਪਿਕ ਜਿਹੜਾ ਹੈ ਉਹੀ ਰਹੇਗਾ ਪੈਮਾਨੇ ਦੇ ਪ੍ਰਤੀਫਲ। ਹੁਣ ਜਿਹੜਾ ਆਪਾਂ ਸੈਕਿੰਡ ਜਿਹੜਾ ਪੁਆਇੰਟ ਕਰਨ ਜਾ ਰਹੇ ਹਾਂ ਉਹਨੂੰ ਆਪਾਂ ਬੋਲਾਂਗੇ, ਉਹਨੂੰ ਆਪਾਂ ਕਹਾਂਗੇ ਪੈਮਾਨੇ ਦੇ ਸਮਾਨ ਪ੍ਰਤੀਫਲ। ਨਾਮ ਤੋਂ ਗੱਲ ਕਲੀਅਰ ਕਰੋ, ਪੈਮਾਨੇ ਦੇ ਸਮਾਨ ਪ੍ਰਤੀਫਲ ਨੇ। ਪੈਮਾਨੇ ਦੇ ਪ੍ਰਤੀਫਲ ਇਹ ਤਾਂ ਸੇਮ ਹੋ ਗਿਆ। ਮਤਲਬ ਪੈਮਾਨੇ ਦੇ ਪ੍ਰਤੀਫਲ ਕੀ ਹੋਇਆ ਵੀ ਜਦੋਂ ਤੁਸੀਂ ਆਪਣੇ ਉਤਪਾਦਨ ਦਾ ਪੈਮਾਨਾ ਬਦਲੋਗੇ ਤਾਂ ਕੀ ਹੋਊਗਾ, ਉਹਦੇ ਕਰਕੇ ਤੁਹਾਡਾ ਉਤਪਾਦਨ ਬਦਲੇਗਾ। ਕਹਿੰਦਾ ਹੁਣ ਉਤਪਾਦਨ ਕਿੰਨਾ ਬਦਲੇਗਾ, ਕਹਿੰਦਾ ਉਤਪਾਦਨ ਬਦਲੇਗਾ ਸਮਾਨ। ਸਮਾਨ ਮਤਲਬ ਬਰਾਬਰ। ਮਤਲਬ ਹੁਣ ਕੀ ਹੋਏਗਾ, ਜਿਹੜੇ ਪੈਮਾਨੇ ਦੇ ਸਮਾਨ ਪ੍ਰਤੀਫਲ ਹੋਣਗੇ ਉਹਦੇ 'ਚ ਹੋਏਗਾ ਕਿ ਤੁਸੀਂ ਜਿਹੜੇ ਵੀ ਆਪਣੇ ਉਤਪਾਦਨ ਦੇ ਸਾਧਨ ਨੇ, ਤੁਸੀਂ ਜਿੰਨੇ ਉਤਪਾਦਨ ਦੇ ਸਾਧਨ ਬਦਲੋਗੇ ਨਾ ਤੁਹਾਡਾ ਉਤਪਾਦਨ ਓਨਾ ਹੀ ਬਦਲ ਜਾਏਗਾ, ਬਰਾਬਰ ਬਰਾਬਰ ਬਦਲੇਗਾ। ਹੁਣ ਯਾਦ ਕਰੋ ਪਿਛਲੇ ਵਾਰੀ ਆਪਾਂ ਕੀ ਕੀਤਾ ਸੀ, ਆਪਾਂ ਕਿਹਾ ਸੀ ਕਿ ਜੋ ਵੀ ਆਪਾਂ ਉਤਪਾਦਨ ਦੇ ਜਿਹੜੇ ਸਾਧਨ ਨੇ ਉਹਨਾਂ ਜੋ ਆਪਾਂ ਬਦਲਾਵ ਲੈਣਾ ਹੈ ਉਹ ਕਿੰਦੇ ਚ ਲੈਣਾ ਹੈ, ਪ੍ਰਤੀਸ਼ਤ ਦੇ ਵਿੱਚ। ਉਹਦੇ ਕਰਕੇ ਜੋ ਉਤਪਾਦਨ ਵਿੱਚ ਬਦਲਾਵ ਲੈਣਾ ਹੈ ਉਹ ਵੀ ਕਿੰਦੇ ਚ ਲੈਣਾ ਹੈ, ਪ੍ਰਤੀਸ਼ਤ ਦੇ ਵਿੱਚ। ਕਿਉਂ ਲੈਣਾ ਹੈ, ਕਿਉਂਕਿ ਜਿਹੜੇ ਉਤਪਾਦਨ ਦੇ ਸਾਧਨ ਨੇ ਉਹ ਸਾਰੇ ਅਲੱਗ-ਅਲੱਗ ਕਿਸਮ ਦੇ ਹੁੰਦੇ ਨੇ। ਕੋਈ ਮਜ਼ਦੂਰ ਹੈ, ਕੋਈ ਭੂਮੀ ਹੈ, ਕੋਈ ਪੂੰਜੀ ਹੈ, ਕੋਈ ਉਦਮ ਹੈ, ਕੋਈ ਕੱਚਾ ਮਾਲ ਹੈ, ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਨੇ। ਤਾਂ ਹੁਣ ਸਾਰਿਆਂ 'ਚ ਅਲੱਗ-ਅਲੱਗ ਤਰੀਕੇ ਨਾਲ ਬਦਲਾਵ ਆਏਗਾ। ਹੁਣ ਆਪਾਂ ਕੀ ਕਰਨਾ ਹੈ, ਆਪਾਂ ਇੱਕੋ ਐਕਸਿਸ ਦੇ ਉੱਪਰ ਸਾਰਿਆਂ ਦਾ ਬਦਲਾਵ ਦਿਖਾਣਾ ਹੈ। ਹੁਣ ਜੇ ਸਾਰਿਆਂ ਦਾ ਬਦਲਾਵ ਅਲੱਗ-ਅਲੱਗ ਤਰੀਕੇ ਨਾਲ ਆਏਗਾ ਤਾਂ ਫਿਰ ਆਪਾਂ ਇੱਕੋ ਐਕਸਿਸ ਤੇ ਕਿਵੇਂ ਦਿਖਾਵਾਂਗੇ। ਹੁਣ ਆਪਾਂ ਕੀ ਕੀਤਾ, ਆਪਾਂ ਜੋ ਵੀ ਬਦਲਾਵ ਦਿਖਾਵਾਂਗੇ ਉਹ ਆਪਾਂ ਦਿਖਾਵਾਂਗੇ ਪ੍ਰਤੀਸ਼ਤ ਦੇ ਵਿੱਚ। ਯਾਨੀ ਆਪਾਂ ਇੱਕ ਕਾਮਨ ਚੀਜ਼ ਲੱਭ ਲਈ, ਆਪਾਂ ਇੱਕ ਸਾਂਝੀ ਚੀਜ਼ ਲੱਭ ਲਈ ਜਿਹਦੇ ਆਪਾਂ ਸਾਰੇ ਤਰ੍ਹਾਂ ਦੇ ਬਦਲਾਵ ਦਿਖਾਤੇ। ਉਹ ਸਾਂਝੀ ਚੀਜ਼ ਕੀ ਹੈ, ਉਹ ਹੈ ਪ੍ਰਤੀਸ਼ਤ। ਐਵੇਂ ਜਿਹੜਾ ਉਤਪਾਦਨ ਹੈ, ਹੁਣ ਹਰੇਕ ਚੀਜ਼ ਦਾ ਉਤਪਾਦਨ ਅਲੱਗ-ਅਲੱਗ ਤਰੀਕੇ ਨਾਲ ਹੁੰਦਾ ਹੈ। ਦੇਖੋ ਇੱਕ ਚੀਜ਼ ਲੀਟਰ 'ਚ ਵਧੀ, ਇੱਕ ਚੀਜ਼ ਮੀਟਰ 'ਚ ਵਧੀ, ਇੱਕ ਚੀਜ਼ ਕਿਲੋ 'ਚ ਵਧੀ, ਇੱਕ ਚੀਜ਼ ਤੋਲੇ 'ਚ ਵਧੀ। ਸਭ ਹਿਸਾਬ ਕਿਤਾਬ ਅਲੱਗ-ਅਲੱਗ ਨੇ। ਲੀਟਰ, ਮੀਟਰ, ਕਿਲੋ, ਤੋਲਾ, ਗ੍ਰਾਮ, ਔਨਜ਼, ਪਾਉਂਡ ਸਭ ਅਲੱਗ-ਅਲੱਗ ਨੇ। ਤਾਂ ਹੁਣ ਆਪਾਂ ਉਤਪਾਦਨ ਕਿਵੇਂ ਵਧਾਵਾਂਗੇ, ਤਾਂ ਆਪਾਂ ਜੋ ਉਤਪਾਦਨ ਵਿੱਚ ਹੋਣ ਵਾਲਾ ਵਾਧਾ ਨਾ ਉਹ ਵੀ ਸਾਰੇ ਸਾਂਝੀ ਰਕਮ 'ਚ ਚੇਂਜ ਕਰਤੇ। ਸਾਂਝੀ ਰਕਮ ਕੀ ਹੋਗੀ, ਪ੍ਰਤੀਸ਼ਤ ਹੋ ਗਿਆ। ਯਾਨੀ ਜੋ ਆਪਾਂ ਬਦਲਾਵ ਲੈਣਾ ਹੈ ਕਿੰਦੇ ਵਿੱਚ, ਉਤਪਾਦਨ ਦੇ ਸਾਧਨਾਂ ਦੇ ਵਿੱਚ। ਨੰਬਰ 2 ਜੋ ਆਪਾਂ ਬਦਲਾਵ ਲੈਣਾ ਹੈ ਉਤਪਾਦਨ ਦੇ ਵਿੱਚ। ਦੋਨੋਂ ਹੀ ਤਰ੍ਹਾਂ ਦੇ ਜਿਹੜੇ ਬਦਲਾਵ ਨੇ ਉਹ ਆਪਾਂ ਕੀ ਕਰਾਂਗੇ, ਉਹ ਆਪਾਂ ਪ੍ਰਤੀਸ਼ਤ ਚਲਾਂਗੇ। ਸਭ ਤੋਂ ਪਹਿਲਾਂ ਆਪਾਂ ਨੂੰ ਕਿਹਨੂੰ ਬਦਲਣਾ ਪਏਗਾ, ਸਭ ਤੋਂ ਪਹਿਲਾਂ ਆਪਾਂ ਸਾਧਨ ਬਦਲਾਂਗੇ। ਉਹਦੇ ਕਰਕੇ ਕੀ ਹੋਏਗਾ, ਉਤਪਾਦਨ ਬਦਲੇਗਾ। ਤਾਂ ਆਪਾਂ ਇੱਥੇ ਲਿਖ ਲੈਂਦੇ ਆ ਸਾਧਨਾਂ ਵਿੱਚ ਪ੍ਰਤੀਸ਼ਤ ਬਦਲਾਵ। ਵੀ ਆਪਾਂ ਆਪਣੇ ਉਤਪਾਦਨ ਦੇ ਜਿਹੜੇ ਸਾਧਨ ਨੇ ਉਹਨਾਂ 'ਚ ਕਿੰਨੇ ਪ੍ਰਤੀਸ਼ਤ ਬਦਲਾਵ ਕੀਤਾ। ਤਾਂ ਮੰਨ ਲਓ ਮੈਂ ਬਦਲਾਵ ਕੀਤਾ 5%, 10%, 15%, 20%, 25%, 30%। ਇਹ ਮੇਰਾ ਸਾਧਨਾਂ 'ਚ ਬਦਲਾਵ ਆ ਗਿਆ। ਹੁਣ ਇੱਧਰ ਆ ਗਿਆ ਮੇਰਾ ਉਤਪਾਦਨ ਕਿੰਨਾ ਵਧਿਆ, 5, 10, 15, 20, 25, 30 ਆ ਗਿਆ। ਹੁਣ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ, ਸਭ ਤੋਂ ਪਹਿਲਾਂ ਇਹ ਕਰਨਾ ਪਏਗਾ ਵੀ ਆਪਾਂ ਆਪਣੇ ਜਿਹੜੇ ਉਤਪਾਦਨ ਦੇ ਸਾਧਨ ਨੇ ਪਹਿਲਾਂ ਉਹ ਬਦਲਾਂਗੇ।
क्योंकि देखो पहला साधन बदलणगे तां उत्पादन बदलना है, ठीक। तो सब तो पहला साधन बदले, जिन्ने साधन मेरे ऑलरेडी लगे हुए सी मैं की कीता 10% बदलते, मतलब 10% ਵਧਾਤੇ ਤਾਂ मैं आ गया ਇੱਥੇ साधना च बदलाव कितना कीता 10%। नतीजा ये निकलिया कि मेरा उत्पादन भी 10% बढ़ गया, मतलब जिन्ने मैं साधन बदले मेरा उत्पादन भी उतना ही बदलिया, यानी कि साधना च होने वाला बदलाव ते उत्पादन च होने वाला बदलाव बराबर, तां आपां कहांगे पैमाने दे समान या बराबर प्रतिफल। यानी हुण इधर 10% जाना है तो इधर भी कितना जाना है 10%, तो आपां पहुंच गए ए पॉइंट ते, ठीक हो गया। मेरे दिमाग च आया भी यही करते हैं साधन ना थोड़े जो होर बदल देने तो मैं की कीता जिन्ने साधन पहला बदले सी 10 ना 10% मैं होर बदलते, यानी हुण मैं कित्थे पहुंच गया 20% ते। ਤਾਂ ਜੇ ਮੈਂ ਇੱਥੇ 10 ਦਾ ਬਦਲਾਵ ਹੋਰ ਲੈ ਕੇ ਆਂਦਾ ਨਾ ਤਾਂ ਮੇਰਾ ਉਤਪਾਦਨ ਵੀ 10 ਹੀ ਹੋਰ ਵੱਧ ਗਿਆ, ਯਾਨੀ ਇੱਧਰ ਵੀ ਮੈਂ ਕਿੰਨਾ ਚਲਾ ਗਿਆ 20 ਬਰਾबर, ਤਾਂ ਇੱਧਰ ਵੀ 20 ਤੇ ਇੱਧਰ ਵੀ 20 ਬਰਾबर ਹੋ ਗਏ, ਤੇ ਇਹ ਆ ਪੁਆਇੰਟ ਆ ਗਿਆ B। ਤਾਂ ਅਗਰ ਆਪਾਂ ਇਹਨਾਂ ਦੋਨੋਂ ਨੂੰ ਮਿਲਾ ਦਈਏ ਤਾਂ ਆ PP ਜਿਹੜੀ ਹੈ ਇਹ ਬਣ ਗਈ ਆਪਣੀ उत्पादन वक्र, जो कि दिखा रही है जो पैमाने दे समान प्रतिफल दिखा रही है, पैमाने दे बराबर प्रतिफल दिखा रही है, जो ये दिखा रही है भी जिन्ना बदलाव जड़ा है वो ਤੁਹਾਡੇ द्वारा उत्पादन दे साधना विच कीता जा रहा है, ओना ही बदलाव जड़ा है वो किंदे च हो रहा है, ओना ही बदलाव जड़ा है वो आपा उत्पादन विच हो रहा है। ਤਾਂ इधर की हो गया उत्पादन विच प्रतिशत बदलाव ते इधर की हो गया साधना विच प्रतिशत बदलाव की है बराबर है, मतलब पहला साधन 10% बदले उत्पादन 10% बदल गया, साधन 10 होर बदले उत्पादन 10 होर बदल गया, अगर इतने साधन 10 होर बदल लोगे इतने फिर उत्पादन 10 होर बदल जाना है। यानी जदों उत्पादन विच होने वाला प्रतिशत बदलाव ते साधना विच होने वाला प्रतिशत बदलाव बराबर हुंदे ने तो आपां पैमाने दे समान प्रतिफल जड़ा है वो कहने हां। यानी अगर परिभाषा पूछन तां की कहांगे पैमाने दे समान प्रतिफल की हुंदे ने, आपां कहांगे कि लो जी जदों भी एक उत्पादक जड़ा है वो अपने साधना च कुछ प्रतिशत बदलाव करता है ਤਾਂ ਜੇਕਰ ਸਾਧਨਾ ਵਿੱਚ ਹੋਣ ਵਾਲੇ प्रतिशत बदलाव करके उत्पादन ਵਿੱਚ ਹੋਣ ਵਾਲਾ प्रतिशत बदलाव बराबर ਆਉਂਦੇ ਨੇ ਤਾਂ ਆਪਾਂ ਨੂੰ ਪੈਮਾਨੇ ਦੇ ਸਮਾਨ प्रतिफल ਜਿਹੜਾ ਹੈ ਉਹ ਕਹਿ ਦਿਆਂਗੇ, ਠੀਕ ਹੋਗਾ। ਤਾਂ ਇਹ ਹੈਗੇ ਨੇ ਪੈਮਾਨੇ ਦੇ ਸਮਾਨ प्रतिफल। दूसरा टॉपिक तीसरा ਜਿਹੜਾ ਟੌਪਿਕ ਆਏਗਾ, ਹੁਣ ਦੇਖੋ ਆਪਾਂ ਪੈਮਾਨੇ ਦੇ ਵੱਧੇ प्रतिफल ਕਰ ਲਏ, ਆਪਾਂ ਪੈਮਾਨੇ ਦੇ ਸਮਾਨ प्रतिफल ਕਰ ਲਏ। तीसरा ਜਿਹੜਾ ਆਏਗਾ ਉਹ ਆਏਗਾ ਉਹਨੂੰ ਆਪਾਂ ਕਵਾਂਗੇ पैमाने दे घटदे प्रतिफल। ਹੁਣ ਨਾਮ ਤੋਂ ਕਲੀਅਰ ਕਰ ਲਓ कि पैमाने दे घटदे प्रतिफल ने, तो हम देखो घटदे बोल जो फिर याद रखो कि ये कहने पैमाने दे प्रतिफल ने, मतलब तुसी की करना है अपने उत्पादन दा पैमाना जड़ा है वो की करना है चेंज करना है, मतलब उत्पादन दे सारे साधन जड़े ने वो की करने ने चेंज करने ने, ठीक होगा। तुसी की कीता उत्पादन दे सारे साधन जड़े है वो चेंज करते। हुण की होएगा जदों तुसी उत्पादन दे साधन सारे चेंज करोगे तो की होएगा उत्पादन च बदलाव आएगा, पर कहना जो उत्पादन च बदलाव आएगा वो क्या आएगा घट आएगा। घट आएगा मतलब क्या होएगा भी तुसी उत्पादन दे जेड़े साधन ने वो तो बदलोगे ज्यादा, ठीक है। जेड़े उत्पादन दे साधन बदलने ने वो ज्यादा बदलने ने, पर जेड़ा उत्पादन बदलेगा वो की होएगा घट बदलेगा। यानी इनू आपां पैमाने दे घटदे प्रतिफल जेड़े ने वो आपां कह देंगे। किस तरह आपां डायग्राम थ्रू जेड़ा है वो इनू शो करने की कोशिश करते हैं। वो पहला वाली डायग्राम ही जेड़ी है वो बना लेने आ, वारी वारी हरेक वारी अलग डायग्राम बनाने की कोई लोड़ नहीं हुंदी, इको ही डायग्राम जेड़ी है वो हरेक पासे काम आ जाती है। तो इधर की करने आ, इधर आपां ले लेने आ y एक्सिस ते उत्पादन विच प्रतिशत बदलाव, इधर आपां की ले लेने आ, इधर आपां ले लेने आ जिन्ने भी अपने साधन ने उन्हां सारियां दे विच की होण वाला साधना विच होण वाला प्रतिशत बदलाव। यानी एक पासे आपां की ले लिया, एक पासे आपां ले लिया उत्पादन विच किन्ने प्रतिशत बदलाव हुंदा है, एक पासे आपां ले लिया साधना दे विच किन्ने प्रतिशत बदलाव हुंदा है। तां आपां इत्थे ले लिया 5%, 10%, 15%, 20%, 25%, 30%।
हो गया। एवें इधर ले लो 5 10 15 20 25 30, इधर बदलाव हो गया 5 10 15 20 25 30 हो गया। तो जिन्ने मेरे उत्पादन दे साधन लगे हुए सी पहला, ठीक है, जिन्ने मेरे पहला लगे हुए सी, क्यों मैं की दिखाना है, मैं बदलाव दिखाना है। बदलाव, बदलाव का मतलब की हुंदा है भी ऑलरेडी जिन्ने लगे हुए सी हुण तुसीं उन्हां नूं बदलना है। ਤਾਂ ਜਿੰਨੇ ਪਹਿਲਾਂ ਲੱਗੇ ਹੋਏ ਸੀ ਮੈਂ ਕੀ ਕੀਤਾ, ਸਾਰੇ ਦੇ ਸਾਰੇ ਸਾਧਨ ਜਿਹੜੇ ਨੇ ਉਹ ਚੱਕ ਕੇ 15% ਬਦਲਤੇ, ਤਾਂ ਮੈਂ ਆ ਗਿਆ 15% ਤੇ ਪਹੁੰਚ ਗਿਆ। ਹੁਣ ਜੇ ਮੈਂ ਸਾਧਨ 15% ਵਧਾਏ ਨੇ ਤਾਂ ਕੀ ਹੋਏਗਾ, ਮੇਰਾ ਉਤਪਾਦਨ ਵਧੇਗਾ। ਹੁਣ ਸੋਚੋ ਮੈਂ ਕਿਹਾ ਵੀ ਜਿੰਨਾ ਮੇਰਾ ਸਾਧਨ ਬਦਲਣਗੇ ਉਤਪਾਦਨ ਉਸ ਤੋਂ ਕੀ ਬਦਲਣਾ ਹੈ, ਘੱਟ, ਤਾਂ ਹੀ ਹੈ ਘਟਦੇ ਪ੍ਰਤੀਫਲ। यानी हुण जे साधन 15% बदले ने तो उत्पादन 15 नालों घट बदलवाना है। हुण कितना घट बदलवाना है तुहाडी मर्जी है, जिन्ना मर्जी बदल लिया जे, पर ध्यान रखिया जे 15 तो ज्यादा वधाता तो की होएगा, वधे प्रतिफल मिल जाएंगे। जे 15 दे बराबर वधाता तो समान प्रतिफल मिल जाएंगे। 15 तो घट बदलाया जे, हुण 15 तो घट तो 14 भी है, 13 12 11 10 8 9 जो मर्जी लिख दे जे, कोई फर्क नहीं पैंदा। पर ध्यान रखना है कि जो उत्पादन च बदलाव आवे वो जिहड़े साधन ने उन्हां च होने वाले बदलाव तो घट आना चाहिए है। तो मैं की कीता, इधर साधन जिहड़े ने अगर मैं 15% बदले तो मैं इधर उत्पादन जिहड़ा है वो सिर्फ 10% बदलिया, तो आ पॉइंट ते मैं आ गया ए पॉइंट ते। ठीक हो गया। हुण की होया, जिन्ने साधन मैं बदले सी उन्हें मैं लिख ले 15। मैं की कीता, जिन्ने साधन बदले सी मेरा दिल आया भी चलो ही कर दिया, थोड़े जे उत्पादन दे साधन ना होर बदल लेने आ। ठीक, तो मैं की कीता, साधन जिहड़े ने 10% होर बदलते। हुण मैं 15 ते ऑलरेडी बैठा, मैं 10% होर बदले, यानी 15 तो किथे पहुंच गया 25 ते, तो मैं पहुंच गया इस 25 वाले पॉइंट ते पहुंच गया। हुण देखो मैं उत्पादन दे साधन किन्ने बदले, 15, पहला 15, हुण किन्ने बदले 10। हुण जिन्ना बदलाव मैं उत्पादन दे साधना च कीता, ध्यान रखना उत्पादन च बदलाव उस तो घट आना चाहिए। मतलब जे तुसी उत्पादन दे साधन जड़े ने वो 15 तो 25 कीते ने, यानी कि 10% बदले ने, तुहाडे उत्पादन दे विच 10% बदलाव नहीं आना चाहिए। क्यों? क्योंकि जे 10% साधन बदले, उत्पादन 10% बदल गया तो समान प्रतिफल मिल जाएंगे। जे साधन 10% बदले, उत्पादन 10% तो ज्यादा बदल गया, वधे प्रतिफल मिल जाएंगे। आपां की दिखाने ने घटदे, तो मैं की कीता, इधर उत्पादन जिहड़ा है ਉਹਨੂੰ ਲੈ ਗਿਆ 15 ਤੇ। यानी ਹੁਣ ਸਾਬਿਤ ਇਹ ਹੋਇਆ ਵੀ ਜਦੋਂ ਮੈਂ ਆਪਣੇ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ 10% ਬਦਲੇ ਤਾਂ ਮੇਰਾ ਉਤਪਾਦਨ ਕਿੰਨਾ ਬਦਲਿਆ, 10 ਤੋਂ ਕਿੰਨਾ ਹੋ ਗਿਆ 15, ਕਿੰਨੇ प्रतिशत ਬਦਲਿਆ 5%। यानी साधन बदले 10%, उत्पादन बदलिया 5%। ਆਪਾਂ ਪਹੁੰਚ ਕੇ B ਪੁਆਇੰਟ ਤੇ ਇਹਨੂੰ ਮਿਲਾ ਦਿਆਂਗੇ ਤਾਂ P3 ਜਿਹੜੀ ਹੈ ਉਹ ਕੀ ਹੋ ਜਾਏਗੀ, ਉਹ ਆਪਣੀ ਉਤਪਾਦਨ ਵਕਰ ਜਿਹੜੀ ਹੈ ਉਹ ਆ ਜਾਏਗੀ। ਤਾਂ ਇਹ ਸੀ ਉਤਪਾਦਨ ਦੇ ਜਾਂ ਪੈਮਾਨੇ ਦੇ ਘਟਦੇ ਪ੍ਰਤੀਫਲ। ਤਾਂ ਆਪਾਂ ਜਿਹੜਾ ਪੈਮਾਨਾ ਹੈ ਯਾਨੀ ਕਿ ਜਿਹੜਾ ਦੀਰਘ ਕਾਲ ਦਾ ਉਤਪਾਦਨ ਫਲਨ ਹੈ ਉਹਦੀਆਂ ਤਿੰਨ ਕਿਸਮਾਂ ਕੀਤੀਆਂ। ਪਹਿਲੀ ਕਿਸਮ ਕੀ ਹੋਈ ਪੈਮਾਨੇ ਦੇ ਵੱਧਦੇ ਪ੍ਰਤੀਫਲ, ਦੂਸਰੀ ਕੀ ਹੋਈ पैमाने दे घटदे प्रतिफल, तीसरी किस्म की हुई पैमाने दे समान प्रतिफल। तां इह तीन तरह दे प्रतिफल जिहड़े है ਉਹ ਆਪਾਂ ਨੂੰ दीर्घ काल ਦੇ ਵਿੱਚ ਮਿਲ ਸਕਦੇ ਆ। ਠੀਕ ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜੋ ਆਪਾਂ ਇਹ ਪੈਮਾਨੇ ਦੇ ਪ੍ਰਤੀਫਲ ਕਰਦੇ ਹਾਂ ਵੀ ਲੋ ਜੀ, ਇੱਕ ਆਪਾਂ ਨੂੰ ਪੈਮਾਨੇ ਦੇ ਵੱਧਦੇ ਪ੍ਰਤੀਫਲ ਮਿਲ ਜਾਣਗੇ, ਇੱਕ ਆਪਾਂ ਨੂੰ ਪੈਮਾਨੇ ਦੇ ਸਮਾਨ ਪ੍ਰਤੀਫਲ ਮਿਲ ਜਾਣਗੇ, ਇੱਕ ਆਪਾਂ ਨੂੰ ਪੈਮਾਨੇ ਦੇ ਘਟਦੇ ਪ੍ਰਤੀਫਲ ਮਿਲ ਜਾਣਗੇ। ਇਹ ਕਿਉਂ ਮਿਲਦੇ ਨੇ, ਇਹਨਾਂ ਪਿੱਛੇ ਕਾਰਨ ਕੀ ਹੈ भी अगर आपा की कीता, आपा अपने उत्पादन दे सारे साधन जिहड़े है वो आपा चेंज कीते। ठीक हो गया, क्योंकि दीर्घ काल दी गल करदे पिया तां उत्पादन दे सारे साधन चेंज करने ने आपा करते। हुण आपा उत्पादन दे सारे साधन चेंज कीते। ਇਹ ਕਿਉਂ ਹੁੰਦਾ ਹੈ ਵੀ ਜਿੰਨੇ ਸਾਧਨ ਆਪਾਂ ਚੇਂਜ ਕਰਦੇ ਆ, ਜਿਹੜਾ ਆਪਣਾ ਉਤਪਾਦਨ ਬਦਲਦਾ ਹੈ ਉਹ ਉਸ ਤੋਂ ਕਈ ਗੁਣਾ ਜ਼ਿਆਦਾ ਬਦਲ ਜਾਂਦਾ ਹੈ। यानी मैं सोचा भी जेडे साधन सी वो तो किते सी दुगने, ठीक है, उत्पादन हो गया 4 गुना। मैं कहता फायदा हो गया अपन भी साधन दुगने किते, उत्पादन 4 गुना वध गया, ये तो फायदा है। तो ये की है, ये पैमाने दे वधदे प्रतिफल ने।
ਠੀਕ ਹੋ ਗਿਆ। ਯਾਨੀ ਹੁਣ ਇਹ ਕਿਵੇਂ ਹੋ ਜਾਂਦਾ ਹੈ ਵੀ ਆਪਾਂ ਕੀ ਕਰਦੇ ਆ, ਸਾਧਨ ਬਦਲਦੇ ਆ, ਉਤਪਾਦਨ ਉਸ ਤੋਂ ਕਈ ਗੁਣਾ ਜ਼ਿਆਦਾ ਬਦਲ ਜਾਂਦਾ ਹੈ। ਤਾਂ ਇਹ ਕਿਵੇਂ ਹੋ ਜਾਂਦਾ ਹੈ? ਦੂਸਰੇ ਚ ਕੀ ਹੁੰਦਾ ਹੈ ਵੀ ਆਪਾਂ ਜਿੰਨੇ ਉਤਪਾਦਨ ਦੇ ਸਾਧਨ ਬਦਲਦੇ ਆ, ਮਤਲਬ ਮੈਂ ਉਤਪਾਦਨ ਦੇ ਸਾਧਨ ਕਰਤੇ ਦੁੱਗਣੇ ਤਾਂ ਉਤਪਾਦਨ ਵੀ ਹੋ ਗਿਆ ਦੁੱਗਣਾ। ਮੈਂ ਕਹਾਂਗਾ ਸਾਧਨ ਦੁੱਗਣੇ ਕੀਤੇ ਸੀ, ਉਤਪਾਦਨ ਵੀ ਦੁੱਗਣਾ ਹੋਇਆ, ਬਰਾਬਰ ਬਰਾਬਰ ਜਾ ਹੋ ਗਿਆ। ਇਹ ਬਰਾਬਰ ਕਿਵੇਂ ਹੋ ਗਿਆ? ਇਹਦੇ ਪਿੱਛੇ ਵੀ ਕਾਰਨ ਹੋਣਗੇ। ਤੀਜੇ ਚ ਕੀ ਹੁੰਦਾ ਹੈ, ਉਤਪਾਦਨ ਦੇ ਸਾਧਨ ਕਰਤੇ 3 ਗੁਣਾ, ਵੀ ਜਿੰਨੇ ਸਾਧਨ ਲੱਗੇ ਸੀ ਨਾ ਉਹਨੂੰ ਵਧਾ ਕੇ 3 ਗੁਣਾ ਕਰਤਾ, ਉਤਪਾਦਨ ਵਧਿਆ 2 ਗੁਣਾ। ਮੈਂ ਕਹਾਂਗਾ ਯਾਰ ਇਹ ਤਾਂ ਨੁਕਸਾਨ ਹੋ ਗਿਆ ਵੀ ਜਿਹੜੇ ਉਤਪਾਦਨ ਦੇ ਸਾਧਨ ਸੀ ਉਹ ਮੈਂ ਕੀਤੇ 3 ਗੁਣਾ, ਪਰ ਮੇਰਾ ਉਤਪਾਦਨ ਹੋਇਆ 2 ਗੁਣਾ, ਮੈਨੂੰ ਤਾਂ ਘਾਟਾ ਪੈ ਗਿਆ। ਇਹ ਘਾਟਾ ਕਿਉਂ ਪਿਆ? ਯਾਨੀ ਆਪਣੇ ਜਿਹੜੇ ਵੀ ਪੈਮਾਨੇ ਦੇ ਪ੍ਰਤੀਫਲ ਮਿਲਦੇ ਨੇ, ਚਾਹੇ ਉਹ ਵੱਧਦੇ ਪ੍ਰਤੀਫਲ ਨੇ, ਚਾਹੇ ਉਹ ਸਮਾਨ ਪ੍ਰਤੀਫਲ ਨੇ, ਚਾਹੇ ਉਹ ਘਟਦੇ ਪ੍ਰਤੀਫਲ ਨੇ, ਹਰੇਕ ਤਰ੍ਹਾਂ ਦੇ ਪ੍ਰਤੀਫਲ ਦੇ ਪਿੱਛੇ ਕਾਰਨ ਹੈ। ਉਹ ਆਪਾਂ ਕਾਰਨ ਜਿਹੜਾ ਹੈ ਉਹ ਆਪਾਂ ਡਿਸਕਸ ਕਰਾਂਗੇ। ਤਾਂ ਆਪਣਾ ਹੁਣ ਦਾ ਜਿਹੜਾ ਟੌਪਿਕ ਰਹੇਗਾ ਉਹ ਰਹੇਗਾ ਪੈਮਾਨੇ ਦੇ ਪ੍ਰਤੀਫਲ ਦੇ ਕੀ ਹੋਣਗੇ, ਕਾਰਨ ਹੋਣਗੇ। ਆਪਾਂ ਉਹਨਾਂ ਕਾਰਨਾਂ ਨੂੰ ਜਿਹੜਾ ਹੈ ਉਹ ਕੀ ਕਰਾਂਗੇ, ਹੁਣ ਜਿਹੜਾ ਹੈ ਆਪਾਂ ਡਿਸਕਸ ਕਰਾਂਗੇ। ਠੀਕ ਹੋ ਗਿਆ। ਹੁਣ ਜਿਹੜੇ ਕਾਰਨ ਨੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਨੇ? ਦੇਖੋ ਜਿਹੜੇ ਕਾਰਨ ਨੇ ਆਪਾਂ ਉਹਨੂੰ 2 ਹਿੱਸਿਆਂ 'ਚ ਵੰਡਦੇ ਆ, ਠੀਕ ਹੈ। ਇੱਕ ਹੁੰਦਿਆਂ ਨੇ ਜਦੋਂ ਆਪਾਂ ਉਤਪਾਦਨ ਕਰਦੇ ਆ ਨਾ, ਤਾਂ ਜਿਹੜੇ ਉਤਪਾਦਕ ਨੇ ਨਾ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਚਤਾਂ ਹੁੰਦੀਆਂ ਨੇ, ਠੀਕ। ਤੇ ਜਦੋਂ ਉਹ ਉਤਪਾਦਨ ਕਰਦੇ ਨੇ ਤਾਂ ਕਈ ਤਰ੍ਹਾਂ ਦੀਆਂ ਹਾਨੀਆਂ ਵੀ ਹੁੰਦੀਆਂ ਨੇ, ਠੀਕ। ਯਾਨੀ ਜਦੋਂ ਇੱਕ ਉਤਪਾਦਕ ਉਤਪਾਦਨ ਕਰੇਗਾ ਤਾਂ ਉਹਨੂੰ ਉਤਪਾਦਨ ਕਰਨ ਦੇ ਟਾਈਮ ਤੇ ਧਿਆਨ ਸਮਝਣਾ ਵੀ ਜਦੋਂ ਇੱਕ ਉਤਪਾਦਕ ਉਤਪਾਦਨ ਕਰੇਗਾ ਉਹਨੂੰ ਉਸ ਉਤਪਾਦਨ ਕਰਨ ਦੇ ਟਾਈਮ ਤੇ ਕਈ ਤਰ੍ਹਾਂ ਦੇ ਹੋਣਗੀਆਂ ਬਚਤਾਂ, ਯਾਨੀ ਹੋਣਗੇ ਲਾਭ, ਤੇ ਨਾਲ ਦੇ ਨਾਲ ਹੋਣਗੀਆਂ ਕਈ ਤਰ੍ਹਾਂ ਦੀਆਂ ਹਾਨੀਆਂ, ਯਾਨੀ ਕਿ ਨੁਕਸਾਨ, ਠੀਕ। ਹੁਣ ਆਮ ਤੌਰ ਤੇ ਨਾ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਪਤਾ ਕੀ ਚੱਲਦਾ ਹੈ, ਉਹ ਚੱਲੇਗਾ ਵੀ ਜਦੋਂ ਤਾਂ ਪੈਮਾਨੇ ਦੇ ਵੱਧਦੇ ਪ੍ਰਤੀਫਲ ਮਿਲ ਰਹੇ ਨੇ, ਮਤਲਬ ਜਿੰਨਾ ਆਪਾਂ ਉਤਪਾਦਨ ਦੇ ਸਾਧਨ ਬਦਲ ਰਹੇ ਹਾਂ ਉਤਪਾਦਨ ਉਸ ਤੋਂ ਕਈ ਗੁਣਾ ਜ਼ਿਆਦਾ ਬਦਲ ਰਿਹਾ ਤਾਂ ਹੋ ਰਿਹਾ ਫਾਇਦਾ, ਯਾਨੀ ਕਿ ਹੋ ਰਹੀਆਂ ਨੇ ਬਚਤਾਂ। ਜਦੋਂ ਪੈਮਾਨੇ ਦੇ ਘਟਦੇ ਪ੍ਰਤੀਫਲ ਮਿਲਦੇ ਪਏ ਨੇ, ਯਾਨੀ ਜਿੰਨੇ ਆਪਾਂ ਸਾਧਨ ਬਦਲਦੇ ਪਏ ਆ ਉਤਪਾਦਨ ਉਸ ਤੋਂ ਘੱਟ ਬਦਲ ਰਿਹਾ ਹੈ, ਮਤਲਬ ਹੋ ਰਿਹਾ ਨੁਕਸਾਨ, ਹੋ ਰਹੀਆਂ ਨੇ ਹਾਨੀਆਂ। ਯਾਨੀ ਦਿਮਾਗ ਜਿਹੜਾ ਚੱਲਦਾ ਨਾ ਉਹ ਇਸ ਪਾਸੇ ਚੱਲਦਾ ਹੈ ਵੀ ਜਦੋਂ ਤਾਂ ਪੈਮਾਨੇ ਦੇ ਵੱਧਦੇ ਪ੍ਰਤੀਫਲ ਹੋਣਗੇ ਉਸ ਟਾਈਮ ਤੇ ਕੀ ਹੋ ਰਹੀਆਂ ਹੋਣਗੀਆਂ, ਬਚਤਾਂ ਹੋ ਰਹੀਆਂ ਹੋਣਗੀਆਂ। ਜਦੋਂ ਪੈਮਾਨੇ ਦੇ ਘਟਦੇ ਪ੍ਰਤੀਫਲ ਮਿਲਦੇ ਹੋਣਗੇ ਤਾਂ ਉਸ ਟਾਈਮ ਤੇ ਹਾਨੀਆਂ ਹੋ ਰਹੀਆਂ ਹੋਣਗੀਆਂ। ਦਿਮਾਗ ਤਾਂ ਇਸ ਪਾਸੇ ਚੱਲਦਾ ਹੈ, ਗਲਤ। ਦੇਖੋ ਜਦੋਂ ਇੱਕ ਉਤਪਾਦਕ ਉਤਪਾਦਨ ਕਰਦਾ ਹੈ ਤਾਂ ਸੇਮ ਟਾਈਮ ਤੇ, ਮੈਂ ਵਰਡਸ ਰਿਪੀਟ ਕਰ ਰਿਹਾ ਆਪਣੇ, ਜਦੋਂ ਇੱਕ ਉਤਪਾਦਕ ਉਤਪਾਦਨ ਕਰਦਾ ਹੈ ਤਾਂ ਉਹਨੂੰ ਸੇਮ ਟਾਈਮ ਤੇ ਕੀ ਹੁੰਦਾ ਹੈ, ਬਚਤਾਂ ਵੀ ਹੁੰਦੀਆਂ ਨੇ ਤੇ ਹਾਨੀਆਂ ਵੀ ਹੁੰਦੀਆਂ ਨੇ। ਮਤਲਬ ਜਿਹੜੀ ਉਤਪਾਦਨ ਪ੍ਰਕਿਰਿਆ ਉਹ ਚਲਾ ਰਿਹਾ ਹੁੰਦਾ ਨਾ, ਉਸ ਉਤਪਾਦਨ ਪ੍ਰਕਿਰਿਆ ਦੇ ਦੌਰਾਨ ਉਹਨੂੰ ਕਈ ਤਰ੍ਹਾਂ ਦੇ ਫਾਇਦੇ ਵੀ ਹੋ ਰਹੇ ਹੁੰਦੇ ਨੇ ਤੇ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਰਹੇ ਹੁੰਦੇ ਨੇ। ਇਹ ਬਚਤਾਂ ਤੇ ਹਾਨੀਆਂ ਨਾਲ ਨਾਲ ਚੱਲਦੀਆਂ ਨੇ, ਯਾਨੀ ਇਹ ਨਹੀਂ ਹੈਗਾ ਵੀ ਵੱਧਦੇ ਪ੍ਰਤੀਫਲ ਨੇ ਤਾਂ ਖਾਲੀ ਲਾਭ ਹੀ ਹੁੰਦੇ ਹੋਣਗੇ, ਹਾਨੀਆਂ ਹੋ ਹੀ ਨਹੀਂ ਰਹੀਆਂ, ਜਾਂ ਘਟਦੇ ਪ੍ਰਤੀਫਲ ਨੇ ਤਾਂ ਖਾਲੀ ਹਾਨੀਆਂ ਹੀ ਹੋ ਰਹੀਆਂ ਨੇ, ਲਾਭ ਹੋ ਹੀ ਨਹੀਂ ਰਿਹਾ। ਐਵੇਂ ਨਹੀਂ ਹੁੰਦਾ। ਚਾਹੇ ਵੱਧਦੇ ਪ੍ਰਤੀਫਲ ਨੇ, ਚਾਹੇ ਸਮਾਨ ਪ੍ਰਤੀਫਲ ਨੇ, ਚਾਹੇ ਘਟਦੇ ਪ੍ਰਤੀਫਲ ਨੇ, ਲਾਭ ਤੇ ਹਾਨੀਆਂ ਯਾਨੀ ਕਿ ਬਚਤਾਂ ਤੇ ਹਾਨੀਆਂ ਕੀ ਹੋਣਗੀਆਂ, ਨਾਲ ਨਾਲ ਚੱਲਣਗੀਆਂ। ਯਾਨੀ ਪੂਰੀ ਦੀ ਪੂਰੀ ਉਤਪਾਦਨ ਪ੍ਰਕਿਰਿਆ ਦੇ ਵਿੱਚ ਜਿੱਥੇ ਨਾਲ ਦੇ ਨਾਲ ਉਹਨੂੰ ਬਚਤਾਂ ਹੋ ਰਹੀਆਂ ਨੇ, ਨਾਲ ਦੇ ਨਾਲ ਉਹਨੂੰ ਹਾਨੀਆਂ ਵੀ ਹੋ ਰਹੀਆਂ ਨੇ। ਪਰ ਹੁੰਦਾ ਕੀ, ਹੁੰਦਾ ਇਹ ਹੈ ਵੀ ਜਦੋਂ ਤਾਂ ਉਹਨੂੰ ਮਿਲ ਰਹੇ ਹੁੰਦੇ ਨੇ ਵੱਧਦੇ ਪ੍ਰਤੀਫਲ, ਠੀਕ ਹੈ। 3 ਤਰ੍ਹਾਂ ਦੇ ਪ੍ਰਤੀਫਲ ਕੀਤੇ, ਪਹਿਲੇ ਕੀਤੇ ਵੱਧਦੇ ਪ੍ਰਤੀਫਲ, ਦੂਸਰੇ ਕੀਤੇ ਉਹਨੂੰ ਨਾਮ ਦਿੱਤਾ ਸਮਾਨ ਪ੍ਰਤੀਫਲ, ਤੀਸਰਾ ਆਪਾਂ ਕੀਤੇ ਉਹਨੂੰ ਆਪਾਂ ਨਾਮ ਦਿੱਤਾ ਘਟਦੇ ਪ੍ਰਤੀਫਲ, ਠੀਕ ਹੈ। ਤਾਂ ਵੱਧਦੇ ਪ੍ਰਤੀਫਲ, ਸਮਾਨ ਪ੍ਰਤੀਫਲ, ਘਟਦੇ ਪ੍ਰਤੀਫਲ, 3 ਤਰ੍ਹਾਂ ਦੇ ਪ੍ਰਤੀਫਲ ਕੀਤੇ। ਜਦੋਂ ਤਾਂ ਵੱਧਦੇ ਪ੍ਰਤੀਫਲ ਹੋਣਗੇ ਉਸ ਟਾਈਮ ਤੇ ਕੀ ਹੋਏਗਾ, ਉਹਨੂੰ ਜਿਹੜੀਆਂ ਬਚਤਾਂ ਹੋ ਰਹੀਆਂ ਹੋਣਗੀਆਂ ਉਹ ਜ਼ਿਆਦਾ ਹੋਣਗੀਆਂ ਕਿੰਨਾਂ ਨਾਲੋਂ, ਹਾਨੀਆਂ ਨਾਲੋਂ, ਠੀਕ। ਯਾਨੀ ਹੁਣ ਮੈਂ ਇਸ ਚੀਜ਼ ਨੂੰ ਕਲੀਅਰ ਕਰ ਰਿਹਾ, ਇਹ ਚੀਜ਼ ਬਾਅਦ ਚ ਜਾ ਕੇ ਯੂਜ਼ ਹੋਣੀ ਹੈ ਵੀ ਇਹ ਨਹੀਂ ਕਹਿਣਾ ਵੀ ਜਦੋਂ ਉਹਨੂੰ ਵੱਧਦੇ ਪ੍ਰਤੀਫਲ ਹੋ ਰਹੇ ਹੋਣਗੇ ਤਾਂ ਉਸ ਟਾਈਮ ਤੇ ਉਹਨੂੰ ਕੀ ਹੋ ਰਿਹਾ ਹੋਏਗਾ, ਬਚਤਾਂ ਹੋ ਰਹੀਆਂ ਹੋਣਗੀਆਂ, ਹਾਨੀਆਂ ਹੋ ਹੀ ਨਹੀਂ ਰਹੀਆਂ ਹੋਣਗੀਆਂ, ਐਵੇਂ ਨਹੀਂ ਕਹਿਣਾ।
ਇਹ ਕਹਿਣਾ ਹੈ ਵੀ ਜਦੋਂ ਵੱਧਦੇ ਪ੍ਰਤੀਫਲ ਹੋਣਗੇ ਉਸ ਟਾਈਮ ਤੇ ਬਚਤਾਂ ਵੀ ਹੋ ਰਹੀਆਂ ਹੋਣਗੀਆਂ, ਨਾਲ ਦੇ ਨਾਲ ਹਾਨੀਆਂ ਵੀ ਹੋ ਰਹੀਆਂ ਹੋਣਗੀਆਂ, ਪਰ ਜਿਹੜੀਆਂ ਬਚਤਾਂ ਨੇ ਉਹ ਜ਼ਿਆਦਾ ਹੋਣਗੀਆਂ। ਮਤਲਬ ਫਾਇਦੇ ਹੋ ਰਹੇ ਹੋਣਗੇ ਜ਼ਿਆਦਾ, ਨੁਕਸਾਨ ਹੋ ਰਹੇ ਹੋਣਗੇ ਘੱਟ। ਤਾਂ ਅਲਟੀਮੇਟਲੀ ਕੀ ਹੋਏਗਾ? ਫਾਇਦਾ ਹੋਏਗਾ। ਜਿੰਨੇ ਉਤਪਾਦਨ ਦੇ ਸਾਧਨ ਬਦਲੋਗੇ ਉਤਪਾਦਨ ਉਸ ਤੋਂ ਕਈ ਗੁਣਾ ਜ਼ਿਆਦਾ ਬਦਲੇਗਾ। ਨੰਬਰ 2, ਜਦੋਂ ਸਮਾਨ ਪ੍ਰਤੀਫਲ ਨੇ, ਬਰਾਬਰ ਬਰਾਬਰ ਹੈ, ਯਾਨੀ ਹੁਣ ਕੀ ਹੋਏਗਾ? ਹੁਣ ਹੋਣੀਆਂ ਉਸ ਟਾਈਮ ਤੇ ਵੀ ਬਚਤਾਂ ਨੇ, ਹੋਣੀਆਂ ਉਸ ਟਾਈਮ ਤੇ ਵੀ ਹਾਨੀਆਂ ਨੇ। ਬਚਤਾਂ ਤੇ ਹਾਨੀਆਂ ਤਾਂ ਹੋਣੀਆਂ ਨੇ, ਹੁਣ ਕੀ ਹੋਏਗਾ? ਇਹ ਦੋਨੋਂ ਕੀ ਹੋਣਗੇ? ਬਰਾਬਰ ਹੋਣਗੇ। मतलब जिन्ना को फायदा होएगा उन्ना को नुकसान होएगा। हिसाब किताब बराबर बराबर, जे हिसाब किताब बराबर बराबर तो मतलब कि भी जिन्ने उत्पादन दे साधन बदलोगे की होएगा? उत्पादन भी उन्ना ही बदलेगा, दोनों बराबर बदलणगे। हुण आ जाओ अगले ते घटदे प्रतिफल ते। हुण जदों घटदे प्रतिफल मिलणगे तो उदों भी की होएगा? बचतां भी हो रहीआं होणगीआं ते नाल दे नाल हानियां भी हो रहीआं होणगीआं। पर उस टाइम ते की होएगा? ਜਿਹੜੀਆਂ ਹਾਨੀਆਂ ਨੇ ਉਹ ਹੋਣਗੀਆਂ ਜ਼ਿਆਦਾ ਤੇ ਬਚਤਾਂ ਹੋਣਗੀਆਂ ਘੱਟ। ਇਹ ਨਹੀਂ ਕਹਿਣਾ ਵੀ ਜਦੋਂ ਘਟਦੇ ਪ੍ਰਤੀਫਲ ਮਿਲਣਗੇ ਬਚਤਾਂ ਹੋ ਹੀ ਨਹੀਂ ਹੋਣਗੀਆਂ, ਬਚਤਾਂ ਵੀ ਹੋ ਰਹੀਆਂ ਹੋਣਗੀਆਂ, ਹਾਨੀਆਂ ਵੀ ਹੋ ਰਹੀਆਂ ਹੋਣਗੀਆਂ, ਪਰ ਜਿਹੜੇ ਨੁਕਸਾਨ ਨੇ ਉਹ ਜ਼ਿਆਦਾ ਹੋਣਗੇ, ਜਿਹੜੇ ਮੁਨਾਫੇ ਨੇ ਉਹ ਘੱਟ ਹੋਣਗੇ। ਅਲਟੀਮੇਟਲੀ ਕੀ ਹੋਏਗਾ? ਤੁਹਾਨੂੰ ਘਟਦੇ ਪ੍ਰਤੀਫਲ ਮਿਲਣਗੇ, ਅਲਟੀਮੇਟਲੀ ਤੁਹਾਨੂੰ ਨੁਕਸਾਨ ਹੋਏਗਾ। ਤਾਂ ਅਗਰ ਪੈਮਾਨੇ ਦੇ ਵੱਧਦੇ ਪ੍ਰਤੀਫਲ ਨੇ, ਸਮਾਨ ਪ੍ਰਤੀਫਲ ਨੇ ਕਿ ਘਟਦੇ ਪ੍ਰਤੀਫਲ ਨੇ, ਤੁਸੀਂ ਇੱਕ ਉਤਪਾਦਕ ਹੋ, ਤੁਹਾਨੂੰ ਹੁਣ ਕੀ ਹੋ ਰਿਹਾ ਹੋਏਗਾ? ਤੁਹਾਨੂੰ ਵੱਧਦੇ ਪ੍ਰਤੀਫਲ ਮਿਲ ਰਹੇ ਨੇ, ਤੁਹਾਨੂੰ ਸਮਾਨ ਪ੍ਰਤੀਫਲ ਮਿਲ ਰਹੇ ਨੇ, ਤੁਹਾਨੂੰ ਘਟਦੇ ਪ੍ਰਤੀਫਲ ਮਿਲ ਰਹੇ ਨੇ। ਇਹਨਾਂ ਤਿੰਨਾਂ ਚੋਂ ਕਿਹੜਾ ਮਿਲਦਾ ਪਿਆ? ਇਹਨਾਂ ਤਿੰਨਾਂ ਚੋਂ ਕਿਹੜਾ ਮਿਲਦਾ ਪਿਆ ਉਹ ਇਸ ਗੱਲ ਤੇ ਡਿਪੈਂਡ ਕਰੇਗਾ ਵੀ ਤੁਹਾਨੂੰ ਬਚਤਾਂ ਤੇ ਹਾਨੀਆਂ ਦਾ ਹਿਸਾਬ ਕਿਤਾਬ ਕੀ ਹੈ। ਵੀ ਜੇ ਤਾਂ ਤੁਹਾਨੂੰ ਉਤਪਾਦਕ ਹੋਣ ਦੇ ਨਾਤੇ ਜਿਹੜੀਆਂ ਬਚਤਾਂ ਮਿਲ ਰਹੀਆਂ ਨੇ ਅਗਰ ਉਹ ਜ਼ਿਆਦਾ ਨੇ, ਕਿਹਦੇ ਨਾਲੋਂ? ਹਾਨੀਆਂ ਨਾਲੋਂ। ਬਚਤਾਂ ਜ਼ਿਆਦਾ ਨੇ, ਹਾਨੀਆਂ ਘੱਟ ਨੇ ਤਾਂ ਵੱਧਦੇ ਪ੍ਰਤੀਫਲ ਮਿਲਣਗੇ। ਜੇ ਬਚਤਾਂ ਤੇ ਹਾਨੀਆਂ ਬਰਾਬਰ ਨੇ ਤਾਂ ਸਮਾਨ ਪ੍ਰਤੀਫਲ ਮਿਲਣਗੇ। ਜੇ ਬਚਤਾਂ ਘੱਟ ਨੇ ਤੇ ਹਾਨੀਆਂ ਜ਼ਿਆਦਾ ਨੇ ਤਾਂ ਕੀ ਹੋਏਗਾ? ਘਟਦੇ ਪ੍ਰਤੀਫਲ ਮਿਲਣਗੇ। ਮਤਲਬ ਅਗਰ ਆਪਾਂ ਇਹ ਜਿਹੜੇ ਵੱਧਦੇ ਪ੍ਰਤੀਫਲ, ਸਮਾਨ ਪ੍ਰਤੀਫਲ, ਘਟਦੇ ਪ੍ਰਤੀਫਲ, ਅਗਰ ਆਪਾਂ ਇਹਨਾਂ ਦੇ ਕਾਰਨ ਸਮਝਣਾ ਚਾਹੁੰਦੇ ਆ ਤਾਂ ਆਪਾਂ ਨੂੰ ਕੀ ਸਮਝਣ ਦੀ ਲੋੜ ਹੈ? ਆਪਾਂ ਨੂੰ ਉਤਪਾਦਨ ਪ੍ਰਕਿਰਿਆ ਦੇ ਦੌਰਾਨ ਹੋਣ ਵਾਲੀਆਂ ਬਚਤਾਂ ਤੇ ਹੋਣ ਵਾਲੀਆਂ ਹਾਨੀਆਂ ਬਾਰੇ ਸਮਝਣਾ ਜ਼ਰੂਰੀ ਹੈ। ਕਿਉਂਕਿ ਜਿੰਨੀ ਦੇਰ ਤੱਕ ਆਪਾਂ ਇਹ ਹਾਨੀਆਂ ਤੇ ਬਚਤਾਂ ਬਾਰੇ ਨਹੀਂ ਸਮਝਾਂਗੇ ਨਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਨੂੰ ਵੱਧਦੇ ਪ੍ਰਤੀਫਲ ਨੇ ਕਿ ਸਮਾਨ ਪ੍ਰਤੀਫਲ ਨੇ ਕਿ ਘਟਦੇ ਪ੍ਰਤੀਫਲ ਨੇ। ਤਾਂ ਆਪਾਂ ਆਪਣਾ ਜਿਹੜਾ ਟੌਪਿਕ ਹੈ ਉਹ ਐਸੇ ਗੱਲ ਨੂੰ ਹੀ ਲੈ ਕੇ ਚੱਲਦੇ ਹਾਂ ਕਿ ਜਦੋਂ ਵੀ ਆਪਾਂ ਉਤਪਾਦਨ ਪ੍ਰਕਿਰਿਆ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਬਚਤਾਂ ਤੋਂ ਕੀ ਮਤਲਬ ਹੈ ਤੇ ਹਾਨੀਆਂ ਤੋਂ ਕੀ ਮਤਲਬ ਹੈ, ਬਚਤਾਂ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ, ਹਾਨੀਆਂ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ, ਇਹ ਕਿਵੇਂ ਇੱਕ ਉਤਪਾਦਕ ਨੂੰ ਪ੍ਰਭਾਵਿਤ ਕਰਦੀਆਂ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਡਿਸਕਸ ਕਰਾਂਗੇ ਵਨ ਬਾਈ ਵਨ। ਕਿਵੇਂ? ਤਾਂ ਜਿਹੜੀਆਂ ਵੀ ਉਤਪਾਦਨ ਪ੍ਰਕਿਰਿਆ ਦੇ ਵਿੱਚ ਇੱਕ ਉਤਪਾਦਕ ਨੂੰ ਬਚਤਾਂ ਹੁੰਦੀਆਂ ਨੇ, ਠੀਕ ਹੈ, ਪਹਿਲਾਂ ਗੱਲ ਕਰਦੇ ਹਾਂ ਬਚਤਾਂ ਦੀਆਂ। ਉਹ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ। ਇੱਕ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਅੰਦਰੂਨੀ ਬਚਤਾਂ, ਠੀਕ ਹੈ। ਐਸੇ ਤਰ੍ਹਾਂ ਇੱਕ ਹੁੰਦੀਆਂ ਨੇ ਉਹਨੂੰ ਆਪਾਂ ਕਹਿੰਦੇ ਆ ਬਾਹਰੀ ਬਚਤਾਂ। ਯਾਨੀ ਇੱਕ ਉਤਪਾਦਕ ਨੂੰ ਜੋ ਵੀ ਬਚਤਾਂ ਹੋਣਗੀਆਂ, ਠੀਕ ਹੈ, ਜੋ ਵੀ ਬਚਤਾਂ ਹੋਣਗੀਆਂ ਯਾਨੀ ਜੋ ਉਹਦੇ ਮੁਨਾਫੇ ਡਿਸਾਈਡ ਕਰਨਗੀਆਂ, ਉਹ ਬਚਤਾਂ ਦੋ ਤਰ੍ਹਾਂ ਦੀਆਂ ਹੋਣਗੀਆਂ। ਪਹਿਲੀਆਂ ਕੀ ਹੋਣਗੀਆਂ? ਅੰਦਰੂਨੀ ਬਚਤਾਂ, ਦੂਜੀਆਂ ਕੀ ਹੋਣਗੀਆਂ? ਬਾਹਰੀ ਬਚਤਾਂ। ਠੀਕ ਹੋ ਗਿਆ? ਐਵੇਂ ਜਿਹੜੀਆਂ ਉਹਨੂੰ ਹਾਨੀਆਂ ਹੁੰਦੀਆਂ ਨੇ ਉਹ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਉਹਨੂੰ ਆਪਾਂ ਕਹਿੰਦੇ ਆ ਅੰਦਰੂਨੀ ਹਾਨੀਆਂ ਤੇ ਇੱਕ ਹੁੰਦੀਆਂ ਨੇ ਉਹਨੂੰ ਆਪਾਂ ਕਹਿੰਦੇ ਆ ਬਾਹਰੀ ਹਾਨੀਆਂ। ਠੀਕ ਹੈ? ਯਾਨੀ ਇੱਕ ਉਤਪਾਦਕ ਨੂੰ ਮਿਲਣ ਵਾਲੀਆਂ ਜਿਹੜੀਆਂ ਬਚਤਾਂ ਨੇ ਉਹ ਵੀ ਦੋ ਤਰ੍ਹਾਂ ਦੀਆਂ ਨੇ। ਕਿਹੜੀਆਂ? ਅੰਦਰੂਨੀ ਬਚਤਾਂ, ਬਾਹਰੀ ਬਚਤਾਂ। ਜੋ ਉਹਨੂੰ ਹੋਣ ਵਾਲੀਆਂ ਹਾਨੀਆਂ ਨੇ ਉਹ ਵੀ ਦੋ ਤਰ੍ਹਾਂ ਦੀਆਂ ਨੇ, ਅੰਦਰੂਨੀ ਹਾਨੀਆਂ ਤੇ ਬਾਹਰੀ ਹਾਨੀਆਂ। ਠੀਕ ਹੋ ਗਿਆ? ਹੁਣ ਆਪਾਂ ਕੀ ਕਰਦੇ ਆ, ਵਨ ਬਾय ਵਨ ਸ਼ੁਰੂ ਕਰਦੇ ਆ। ਸਭ ਤੋਂ ਪਹਿਲਾਂ ਦੇਖਦੇ ਆ ਕਿ ਅੰਦਰੂਨੀ ਦਾ ਮਤਲਬ ਕੀ ਹੈ। ਅੰਦਰੂਨੀ, ਅੰਦਰੂਨੀ ਮਤਲਬ ਇਨ ਇੰਗਲਿਸ਼ ਕਹਿੰਦੇ ਨੇ ਇੰਟਰਨਲ। ਇੰਟਰਨਲ ਮਤਲਬ ਆਪਦੀਆਂ। ਮਤਲਬ ਅੰਦਰੂਨੀ ਬਚਤਾਂ ਉਦੋਂ ਹੋਣਗੀਆਂ, ਰਿਪੀਟ ਕਰ ਰਿਹਾ, ਅੰਦਰੂਨੀ ਬਚਤਾਂ ਉਦੋਂ ਹੋਣਗੀਆਂ ਜਦੋਂ ਇੱਕ ਫਰਮ, ਧਿਆਨ ਨਾਲ ਸੋਚਣਾ, ਇੱਕ ਫਰਮ। ਕਿਉਂ ਇੱਕ ਫਰਮ? ਕਿਉਂਕਿ ਵਿਅਸ਼ਟੀ ਅਰਥ ਸ਼ਾਸਤਰ ਦੀ ਗੱਲ ਕਰਦਾ ਪਿਆ, ਸਮਸ਼ਟੀ ਦੀ ਗੱਲ ਨਹੀਂ ਕਰਦਾ ਪਿਆ।
ਪੂਰੀ ਦੀ ਪੂਰੀ ਅਰਥ ਵਿਵਸਥਾ ਨਹੀਂ ਲੈ ਕੇ ਚੱਲ ਰਿਹਾ, ਇੱਕ ਫਰਮ ਦੀ ਗੱਲ ਕਰਾਂ ਤਾਂ ਅੰਦਰੂਨੀ ਬਚਤਾਂ ਉਦੋਂ ਹੋਣਗੀਆਂ ਜਦੋਂ ਕੀ ਹੋਏਗਾ, ਇੱਕ ਫਰਮ ਆਪਣੇ ਉਤਪਾਦਨ ਦਾ ਪੈਮਾਨਾ ਵਧਾਏਗੀ। ਠੀਕ ਹੈ, ਹੁਣ ਮੰਨ ਲਓ ਨੇ ਆਪਣੇ ਉਤਪਾਦਨ ਦਾ ਪੈਮਾਨਾ ਵਧਾਣਾ ਹੈ। ਪੈਮਾਨਾ ਵਧਾਣਾ ਮਤਲਬ ਵੀ ਪਹਿਲਾਂ ਉਤਪਾਦਨ ਕਰ ਰਹੇ ਸੀ ਛੋਟੇ ਪੱਧਰ ਤੇ, ਪੈਮਾਨਾ ਮਤਲਬ ਪੱਧਰ, ਪਹਿਲਾਂ ਉਤਪਾਦਨ ਕਰ ਰਹੇ ਸੀ ਛੋਟੇ ਪੱਧਰ ਤੇ, ਹੁਣ ਕਰਨਗੇ ਵੱਡੇ ਪੱਧਰ ਤੇ। ਮਤਲਬ ਪਹਿਲਾਂ ਨਾਲੋਂ ਵੱਡੀਆਂ ਮਸ਼ੀਨਾਂ ਲੈ ਕੇ ਆਣਗੇ, ਪਹਿਲਾਂ ਨਾਲੋਂ ਵਧੀਆ ਟੈਕਨੀਕ ਲੈ ਕੇ ਆਣਗੇ, ਪਹਿਲਾਂ ਨਾਲੋਂ ਵਧੀਆ ਮੈਨੇਜਰ ਲੈ ਕੇ ਆਣਗੇ, ਵੱਡੀਆਂ ਬਿਲਡਿੰਗ ਖੜੀਆਂ ਕਰਨਗੇ, ਠੀਕ ਹੈ, ਬੜਾ ਕੁਝ ਕਰਨਗੇ। ਯਾਨੀ ਉਹਨੇ ਆਪਣੇ ਉਤਪਾਦਨ ਦਾ ਪੈਮਾਨਾ ਵਧਾਇਆ, ਯਾਨੀ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੱਡਾ ਕੀਤਾ। ਉਹਨੇ ਕੋਸ਼ਿਸ਼ਾਂ ਕੀਤੀਆਂ, ਕਿਹਨੇ ਕੀਤੀਆਂ? ਖੁਦ ਕੀਤੀਆਂ। ਉਸ ਕਰਕੇ ਉਹਨੂੰ ਜਿਹੜੇ ਫਾਇਦੇ ਹੋਣਗੇ ਨਾ, ਆਪਾਂ ਕਹਾਂਗੇ ਅੰਦਰੂਨੀ ਬਚਤਾਂ ਨੇ। ਯਾਨੀ ਅੰਦਰੂਨੀ ਬਚਤਾਂ ਉਸ ਫਰਮ ਨੂੰ ਹੀ ਹੋਣਗੀਆਂ, ਧਿਆਨ ਨਾਲ ਮੈਂ ਹੀ ਵਰਡ ਲਗਾ ਰਿਹਾ ਵਿੱਚ, ਕਿ ਅੰਦਰੂਨੀ ਬਚਤਾਂ ਸਿਰਫ ਤੇ ਸਿਰਫ ਉਸ ਫਰਮ ਨੂੰ ਹੋਣਗੀਆਂ ਜੋ ਆਪਣੇ ਉਤਪਾਦਨ ਦਾ ਪੈਮਾਨਾ ਵੱਡਾ ਕਰੇਗੀ, ਉਤਪਾਦਨ ਨੂੰ ਵਧਾਉਣ ਵਾਸਤੇ ਕੋਸ਼ਿਸ਼ ਕਰੇਗੀ, ਖੁਦ ਕਰੇਗੀ, ਖੁਦ ਮਿਹਨਤ ਕਰੇਗੀ, ਖੁਦ ਬਚਤਾਂ ਹੋਣਗੀਆਂ। ਉਹਨਾਂ ਆਪਾਂ ਕਹਾਂਗੇ ਅੰਦਰੂਨੀ ਬਚਤਾਂ। ਅੰਦਰੂਨੀ ਇਸ ਕਰਕੇ ਨੇ ਕਿ ਉਸ ਫਰਮ ਦੇ ਅੰਦਰ ਅੰਦਰ ਰਹਿਣਗੀਆਂ, ਬਾਹਰ ਨਹੀਂ ਜਾਣਗੀਆਂ। मतलब जो फर्म मेहनत करेगी, जो फर्म उत्पादन का पैमाना बढ़ाएगी, सिर्फ ते सिर्फ उस फर्म ਨੂੰ ਹੋਣਗੀਆਂ, ਬਾਕੀਆਂ ਨੂੰ ਨਹੀਂ ਹੋਣਗੀਆਂ। ਜੇ ਅਗਰ ਆਪਾਂ ਗੱਲ ਕਰੀਏ ਕਿ ਮੰਨ ਲਓ ਆਪਾਂ ਕਹਿੰਦੇ ਆ ਕਿ ਕੋਈ ਕਪੜਾ ਬਣਾਉਣ ਵਾਲੀ ਫੈਕਟਰੀ, ਮੰਨ ਲਓ ਆਪਾਂ ਕਿਹਾ ਨਾਮ ਲਿਆ ਰੇਮੰਡਸ, ਤਾਂ ਰੇਮੰਡ ਵਾਲੇ ਨੇ ਕੀ ਕੀਤਾ, ਆਪਣੇ ਉਤਪਾਦਨ ਦਾ ਪੈਮਾਨਾ ਵੱਡਾ ਕਰ ਲਿਆ। ਠੀਕ ਹੈ, ਨਵੀਆਂ ਮਸ਼ੀਨਾਂ ਲਾ ਲੀਆਂ, ਵਧੀਆ ਟੈਕਨੀਕ ਲੈ ਕੇ ਆ ਗਏ, ਵਧੀਆ ਮਜ਼ਦੂਰ ਲੈ ਕੇ ਆ ਗਏ, ਵਧੀਆ ਮੈਨੇਜਰ ਲੈ ਕੇ ਆ ਗਏ। ਤਾਂ ਕੀ ਹੋਏਗਾ, ਹੁਣ ਜੇ रेमंड वाला ये सारी मेहनत करेगा तो फायदा किन्नू होएगा? फायदा कोई ग्रासिम वाले नु होएगा, कि फायदा कोई रीडन टेलर वाले नु होएगा, कि फायदा कि सीआरएम वाले नु होएगा? नहीं, जे रेमंड वाला मेहनत कर रहा है तो फायदा भी रेमंड्स वाले नु ही होएगा। मैं कहूंगा ये सारियां कोशिशां किन्ने कीतियां? रेमंड्स वाले ने कीतियां। फायदा किन्नू होया? रेमंड्स वाले ने होया। तो ये सारे फायदे, ये सारियां बचतां की ने रेमंड्स वास्ते की ने अंदरूनी बचतां ने। गल क्लियर हो? ਤਾਂ ਅੰਦਰੂਨੀ ਬਚਤਾਂ ਦਾ ਮੀਨਿੰਗ ਕਲੀਅਰ ਹੋਣਾ ਚਾਹੀਦਾ ਹੈ ਵੀ ਜਦੋਂ ਇੱਕ ਫਰਮ ਆਪਣੇ ਉਤਪਾਦਨ ਦਾ ਪੈਮਾਨਾ ਵਧਾਉਂਦੀ ਹੈ ਤਾਂ ਉਹਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਨੇ। ਇਹ ਫਾਇਦੇ ਸਿਰਫ ਉਸ ਫਰਮ ਨੂੰ ਮਿਲਦੇ ਨੇ ਜੋ ਆਪਣੇ ਉਤਪਾਦਨ ਦਾ ਪੈਮਾਨਾ ਵੱਡਾ ਕਰਦੀ ਹੈ, ਬਾਕੀ ਫਰਮਾਂ ਨੂੰ ਨਹੀਂ ਮਿਲਦੇ। ਠੀਕ, ਤਾਂ ਇਹ ਅੰਦਰੂਨੀ ਬਚਤਾਂ ਨੇ। ਠੀਕ, ਹੁਣ ਆ ਜਾਓ ਅਗਲੇ ਤੇ, ਬਾਹਰੀ ਬਚਤਾਂ। ਨਾਮ ਤੋਂ ਕਲੀਅਰ ਕਰੋ ਵੀ ਇਹ ਜੀਆਂ ਬਚਤਾਂ ਨੇ ਜਿਹੜੀਆਂ ਕਿ ਬਾਹਰ ਤੋਂ ਆਣਗੀਆਂ। ਬਚਤਾਂ ਮਤਲਬ ਫਾਇਦੇ, ਇਹ ਜੇ ਫਾਇਦੇ ਜਿਹੜੇ ਕਿ ਬਾਹਰ ਤੋਂ ਆਣਗੇ, ਮਤਲਬ ਇਹ ਫਾਇਦੇ ਲੈਣ ਵਾਸਤੇ ਇੱਕ ਫਰਮ ਨੂੰ ਆਪ ਖੁਦ ਕੋਸ਼ਿਸ਼ ਕਰਨ ਦੀ ਕੋਈ ਲੋੜ ਨਹੀਂ। ਠੀਕ ਹੋ ਗਿਆ? यानी सोच के देखो, बाहरी बचतां ने बाहर तो आनियां ने, एक फर्म ਨੂੰ ਆਪ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਹੈ, ਮਤਲਬ ਫਿਰ ਵੀ ਉਹਨੂੰ ਫਾਇਦੇ ਹੋਣਗੇ। यानी एक फर्म ने आप किसी तरह की कोई मेहनत नहीं की, फिर भी उन्होंने फायदे होए। क्यों होए? क्योंकि ये फायदे उन्होंने बाहर तो आए, इस करके होए क्योंकि किसी होर कंपनी ने, किसी होर बंदे ने मेहनत की, उनके करके तुहानू फायदा होया। तो ਆਪਾਂ ਕੀ ਕਹਾਂਗੇ? ਬਾਹਰੀ ਬਚਤਾਂ। ਯਾਨੀ ਇਹ ਜਿਹੀਆਂ ਬਚਤਾਂ ਜੋ ਇੱਕ ਉਤਪਾਦਕ ਨੂੰ, ਜੋ ਇੱਕ ਫਰਮ ਨੂੰ ਬਾਹਰ ਤੋਂ ਹੁੰਦੀਆਂ ਨੇ, ਉਹਦੇ ਪਿੱਛੇ ਉਸ ਫਰਮ ਦੀਆਂ ਆਪਦੀਆਂ ਕਿਸੇ ਤਰ੍ਹਾਂ ਦੀਆਂ ਕੋਈ ਕੋਸ਼ਿਸ਼ਾਂ ਨਹੀਂ ਹੁੰਦੀਆਂ, ਦੂਜੇ ਮਿਹਨਤ ਕਰਦੇ ਨੇ, ਦੂਜਿਆਂ ਨੇ ਮਿਹਨਤ ਕਰਕੇ ਉਹਨੂੰ ਫਾਇਦਾ ਹੁੰਦਾ। ਤਾਂ ਆਪਾਂ ਕਹਾਂਗੇ ਬਾਹਰੀ ਬਚਤਾਂ। ਜੇ ਐਗਜ਼ਾਮਪਲ ਲੈਂਦੇ ਆ, ਅਗਰ ਮੈਂ ਤੁਹਾਨੂੰ ਆਦੇ ਸ਼ਹਿਰ ਦੀ ਐਗਜ਼ਾਮਪਲ ਦੇਵਾਂ, ਫਾਜ਼ਿਲਕਾ ਦੀ। ਠੀਕ, ਤਾਂ ਫਾਜ਼ਿਲਕਾ ਦੇ ਵਿੱਚ ਕੀ ਹੈ, ਕਿਉਂਕਿ ਫਾਜ਼ਿਲਕਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਹੈ। मेरा पाकिस्तान का बॉर्डर है, फाजिलका तो सिर्फ 14 किलोमीटर है। ਹੁਣ ਫਾਜ਼ਿਲਕਾ ਬੀਇੰਗ ਅ ਬਾਰਡਰ ਸਿਟੀ, ਇੱਥੇ ਕਿਸੇ ਵੀ ਤਰ੍ਹਾਂ ਦਾ ਉਦਯੋਗ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਸੋਚੋ, ਮੰਨ ਲਓ ਕੱਲ ਨੂੰ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋ ਜਾਵੇ, ਆਪਾਂ ਇੱਥੇ ਕਿਉਂਕਿ ਤੇ ਵੱਡੇ ਵੱਡੇ ਉਦਯੋਗ ਲਾਏ ਹੋਏ ਨੇ, ਪਾਕਿਸਤਾਨ ਨੂੰ ਪਤਾ ਹੈ ਵੀ ਲੈ ਵੀ ਫਾਜ਼ਿਲਕਾ ਨੇ ਉਦਯੋਗ ਲਾਏ ਨੇ ਵੱਡੇ ਵੱਡੇ, ਉਹਨੇ ਕੀ ਕਰਨਾ, ਜਦੋਂ ਲੜਾਈ ਹੋਣੀ ਹੈ ਚੱਕ ਕੇ 4 ਬੰਬ ਸੱਟਨੇ ਆਪਣੇ ਇੱਥੇ, ਆਪਣੇ ਉਦਯੋਗਾਂ ਤੇ ਲੱਗੇ ਸਾਰੇ ਪੈਸੇ ਮਿੱਟੀ। ਕਿ ਆਪਾਂ ਉਦਯੋਗ ਲਗਾਵਾਂਗੇ ਫਾਜ਼ਿਲਕਾ 'ਚ? ਕਦੇ ਵੀ ਨਹੀਂ ਲਾਵਾਂਗੇ। ਤਾਂ ਫਾਜ਼ਿਲਕਾ ਕਿਉਂਕਿ ਇੱਕ ਬਾਰਡਰ ਦੇ ਉੱਪਰ ਵਸਿਆ ਹੋਇਆ ਸ਼ਹਿਰ ਹੈ, ਇਸ ਕਰਕੇ ਫਾਜ਼ਿਲਕਾ ਦੇ ਵਿੱਚ ਉਦਯੋਗ ਨਾਮ ਦੀ ਕੋਈ ਚੀਜ਼ ਨਹੀਂ ਹੈਗੀ, ਕੋਈ ਵੱਡਾ ਉਦਯੋਗ ਇੱਥੇ ਹੈ ਹੀ। ਠੀਕ ਹੈ, ਤਾਂ ਜਿਹੜੇ ਹੁਣ ਫਾਜ਼ਿਲਕਾ ਦੇ ਵਿੱਚ ਟਰਾਂਸਪੋਰਟ ਦਾ ਕੰਮ ਕਰਦੇ ਨੇ, ਮਤਲਬ ਜਿਹਨਾਂ ਟਰੱਕ ਟਰੁੱਕ ਹੈਗੇ ਆ, ਠੀਕ, ਹੁਣ ਉਹਨਾਂ ਦਾ ਵੀ ਕੰਮ ਇੰਨਾ ਨਹੀਂ ਹੈਗਾ। ਕੰਮ ਕਿੱਥੋਂ ਹੈ?
ਮੰਨ ਲਓ ਜਿਵੇਂ ਮੈਂ ਕਹਾਂ ਕਿ ਮੇਰੇ ਪਾਪਾ ਦੀ ਬਿਜਲੀ ਦੀ ਦੁਕਾਨ ਹੈ, ਮੇਰੇ ਪਾਪਾ ਦਿੱਲੀ ਤੋਂ ਸਮਾਨ ਮੰਗਾਉਂਦੇ ਆ, ਤਾਂ ਦਿੱਲੀ ਵਾਲਿਆਂ ਨੇ ਸਮਾਨ ਭੇਜਿਆ ਫਾਜ਼ਿਲਕਾ, ਟਰੱਕ ਤੇ ਆ ਗਿਆ। ਉਹੀ ਕੰਮ ਹੈ, ਫਾਜ਼ਿਲਕਾ ਤੋਂ ਸਮਾਨ ਬਾਹਰ ਨਹੀਂ ਜਾਂਦਾ, ਸਿਰਫ ਫਾਜ਼ਿਲਕਾ ਤੋਂ ਸਮਾਨ ਆਂਦਾ ਹੈ ਅੰਦਰ, ਘੱਟ ਜਾਂਦਾ ਤਾਂ ਬਹੁਤ ਘੱਟ ਹੈ। ਹੁਣ ਸੋਚੋ ਵੀ ਹੁਣ ਟਰਾਂਸਪੋਰਟ ਵਾਲਿਆਂ ਦਾ ਜ਼ਿਆਦਾ ਕੰਮ ਨਹੀਂ ਹੈਗਾ। ਜੇ ਫਾਜ਼ਿਲਕਾ ਦੇ ਵਿੱਚ ਮੰਨ ਲਓ 2-3 ਵੱਡੀਆਂ ਫੈਕਟਰੀਆਂ ਲੱਗ ਜਾਣ, ਕੀ ਹੋਏਗਾ? ਹੁਣ ਉਹਨਾਂ ਨੇ ਸਮਾਨ ਮੰਗਾਣਾ ਵੀ ਹੈ ਤੇ ਉਹਨਾਂ ਨੇ ਸਮਾਨ ਭੇਜਣਾ ਵੀ ਹੈ, ਹੋਏਗਾ? ਹੁਣ ਕੀ ਹੋਏਗਾ? ਹੁਣ ਜੇ ਉਹਨਾਂ ਨੇ ਸਮਾਨ ਮੰਗਵਾਉਣਾ ਹੈ, ਸਮਾਨ ਭੇਜਣਾ ਹੈ, ਤਾਂ ਉਹਨਾਂ ਨੂੰ ਕਿੰਦੀ ਲੋੜ ਪਏਗੀ? ਉਹਨਾਂ ਨੂੰ ਟਰੱਕਾਂ ਦੀ ਲੋੜ ਪਏਗੀ। ਤਾਂ ਕੀ ਹੋਏਗਾ ਵੀ ਜਿੰਨੇ ਵੀ ਫਾਜ਼ਿਲਕਾ ਦੇ ਵਿੱਚ ਜਿੰਨੀਆਂ ਵੀ ਟਰਾਂਸਪੋਰਟ ਕੰਪਨੀਆਂ ਨੇ, ਉਹ ਸਾਰੀਆਂ ਟਰਾਂਸਪੋਰਟ ਕੰਪਨੀਆਂ ਦਾ ਕੰਮ ਵੱਧ ਜਾਣਾ ਹੈ। ਕਿਉਂ? ਕਿਉਂਕਿ ਹੁਣ ਉਹਨਾਂ ਦੇ ਜਿਹੜੇ ਟਰੱਕ ਨੇ ਜਾਂ ਹੋਰ ਜਿਹੜੇ ਯਾਤਾਯਾਤ ਦੇ ਸਾਧਨ ਨੇ, ਉਹਨਾਂ ਦੀ ਮੰਗ ਵੱਧ ਜਾਣੀ ਹੈ। ਹੁਣ ਸੋਚੋ, ਦਿਮਾਗ ਲਗਾਓ, ਉਹ ਜਿਹੜੇ ਟਰੱਕ ਵਾਲੇ ਨੇ ਜਾਂ ਜਿਹੜੇ ਟਰਾਂਸਪੋਰਟ ਕੰਪਨੀ ਵਾਲੇ ਨੇ, ਉਹਨਾਂ ਨੇ ਕੀ ਕੀਤਾ? ਕੁਝ ਵੀ ਨਹੀਂ ਕੀਤਾ। ਗੱਲ ਸੋਚਣ ਵਾਲੀ ਹੈ, ਉਹਨਾਂ ਨੇ ਕੁਝ ਨਹੀਂ ਕੀਤਾ ਨਾ। ਜੇ ਉਹਨਾਂ ਨੇ ਕੁਝ ਨਹੀਂ ਕੀਤਾ ਫਿਰ ਵੀ ਉਹਨਾਂ ਨੂੰ ਫਾਇਦਾ ਹੋਇਆ। ਕਿਉਂ ਹੋਇਆ? ਕਿਉਂਕਿ ਕਿਸੇ ਦੂਜੇ ਨੇ ਮਿਹਨਤ ਕੀਤੀ। ਤਾਂ ਉਹ ਕੀ ਹੋਏਗਾ? ਉਹ ਟਰਾਂਸਪੋਰਟ ਵਾਲਿਆਂ ਵਾਸਤੇ ਕੀ ਹੋਣਗੀਆਂ? ਬਾਹਰੀ ਬਚਤਾਂ ਹੋਣਗੀਆਂ, ਯਾਨੀ ਇਹ ਜਿਹੀਆਂ ਬਚਤਾਂ ਹੋਣਗੀਆਂ ਜਿਹੜੀਆਂ ਇੱਕ ਫਰਮ ਨੂੰ ਬਾਹਰ ਤੋਂ ਹੁੰਦੀਆਂ ਨੇ, ਉਹਦੇ ਵਿੱਚ ਹੁੰਦੀਆਂ ਆਪਦੀਆਂ ਕਿਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਸ਼ਾਮਿਲ ਨਹੀਂ ਹੁੰਦੀਆਂ। ਇਹ ਬਚਤਾਂ ਜਿਹੜੀਆਂ ਨੇ ਇਹ ਦੂਜਿਆਂ ਦੇ ਮਿਹਨਤ ਕਰਕੇ ਹੁੰਦੀਆਂ ਨੇ, ਉਹਨੂੰ ਆਪਾਂ ਕਹਾਂਗੇ ਬਾਹਰੀ ਬਚਤਾਂ। ਠੀਕ ਹੋ ਗਿਆ? ਹੁਣ ਆ ਜੋ ਅੰਦਰੂਨੀ ਹਾਨੀਆਂ। ਹੁਣ ਜਿਹੜੀਆਂ ਹਾਨੀਆਂ ਯਾਨੀ ਜਿਹੜੇ ਨੁਕਸਾਨ ਨੇ, ਉਹ ਕੀ ਨੇ? ਅੰਦਰੂਨੀ ਨੇ, ਆਪਦੇ ਕਰਕੇ। ਅੰਦਰੂਨੀ ਮਤਲਬ ਅੰਦਰ ਆਪਦੇ ਕਰਕੇ ਨੁਕਸਾਨ ਹੋ ਰਿਹਾ। ਯਾਨੀ ਕਈ ਵਾਰੀ ਕੀ ਹੋਏਗਾ, ਆਪਾਂ ਕਿਹਾ ਵੀ ਪਹਿਲਾਂ ਕੀ ਹੋਣਗੀਆਂ? ਅੰਦਰੂਨੀ ਬਚਤਾਂ ਹੋਣਗੀਆਂ। ਯਾਨੀ ਇੱਕ ਫਰਮ ਨੇ ਕੀ ਕੀਤਾ? ਆਪਣੇ ਉਤਪਾਦਨ ਦਾ ਪੈਮਾਨਾ ਜਿਹੜਾ ਹੈ ਉਹ ਵੱਡਾ ਕੀਤਾ। ਠੀਕ ਹੋ ਗਿਆ? ਨਵੀਆਂ ਟੈਕਨੀਕ ਲਿਆਂਦੀਆਂ, ਠੀਕ ਹੈ, ਨਵੀਆਂ ਮਸ਼ੀਨਾਂ ਲਿਆਂਦੀਆਂ, ਨਵੇਂ ਮੈਨੇਜਰ ਲਿਆਂਦੇ, ਬੜਾ ਕੁਝ ਕੀਤਾ। ਉਹਦੇ ਕਰਕੇ ਉਹਨੂੰ ਫਾਇਦਾ ਹੋਇਆ। ਕਈ ਵਾਰੀ ਕੀ ਹੁੰਦਾ ਹੈ ਵੀ ਉਤਪਾਦਨ ਦਾ ਪੈਮਾਨਾ ਐਡਾ ਵੱਡਾ ਹੋ ਜਾਂਦਾ ਹੈ ਵੀ ਇੱਕ ਫਰਮ ਵਾਸਤੇ ਉਹਨੂੰ ਸੰਭਾਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਯਾਨੀ ਤੁਸੀਂ ਕੀ ਕੀਤਾ? ਉਤਪਾਦਨ ਦਾ ਪੈਮਾਨਾ ਐਡਾ ਵੱਡਾ ਕਰ ਲਿਆ ਵੀ ਹੁਣ ਤੁਹਾਡੇ ਕੋਲ ਕੰਮ ਸੰਭਾਲਿਆ ਨਹੀਂ ਜਾਂਦਾ ਪਿਆ। ਕੰਮ ਸੰਭਾਲੇ ਮਤਲਬ ਕੀ ਕੀਤਾ? ਇੱਕ ਕਹਾਵਤ ਨਹੀਂ ਆਉਂਦੀ ਕਿ ਚਾਦਰ ਤੋਂ ਬਾਹਰ ਪੈਰ ਪਸਾਰਨੇ। ਮਤਲਬ ਜਿੰਨੀ ਤੁਹਾਡੀ ਹੈਸੀਅਤ ਸੀ, ਜਿੰਨੀ ਤੁਹਾਡੀ ਔਕਾਤ ਸੀ, ਜਿੰਨੀ ਤੁਹਾਡੀ ਕਾਬਲੀਅਤ ਸੀ, ਤੁਸੀਂ ਕੰਮ ਉਸ ਨਾਲੋਂ ਜ਼ਿਆਦਾ ਵਧਾ ਲਿਆ। ਹੁਣ ਬੰਦਾ ਇੱਕ ਹੈ, ਦੁਕਾਨਾਂ 4 ਖੋਲੀ ਬੈਠਾ ਹੈ। ਹੁਣ ਇੱਕ ਬੰਦਾ 4 ਦੁਕਾਨਾਂ ਕਿਵੇਂ ਸੰਭਾਲ ਲੇਗਾ? ਹੁਣ ਕੀ ਹੋਏਗਾ? ਬਾਕੀ ਦੁਕਾਨਾਂ ਨੌਕਰ ਸੰਭਾਲਣਗੇ। ਹੁਣ ਜੇ ਆਪਾਂ ਨੌਕਰਾਂ ਦੇ ਹਿੱਸੇ ਕੰਮ ਛੱਡਾਂਗੇ ਨਾ, ਫਿਰ ਤਾਂ ਕੰਮ ਦਾ ਰੱਬ ਹੀ ਮਾਲਕ ਹੈ। ਯਾਨੀ ਹੁਣ ਕੀ ਹੋਏਗਾ? ਜਦੋਂ ਉਤਪਾਦਨ ਦਾ ਪੈਮਾਨਾ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਵਧਾ ਲੋਗੇ, ਤੁਹਾਨੂੰ ਕਈ ਤਰ੍ਹਾਂ ਦੇ ਨੁਕਸਾਨ ਹੋਣੇ ਸ਼ੁਰੂ ਹੋ ਜਾਣਗੇ। ਹੁਣ ਜੋ ਤੁਹਾਨੂੰ ਨੁਕਸਾਨ ਹੋਣਗੇ, ਉਹ ਕਿਹਦੇ ਕਰਕੇ ਹੋਣਗੇ? ਤੁਹਾਡੇ ਆਪਦੇ ਕਰਕੇ ਹੋਣਗੇ। ਕਿਉਂ? ਕਿਉਂਕਿ ਤੁਸੀਂ ਖੁਦ ਆਪਣੇ ਉਤਪਾਦਨ ਦਾ ਪੈਮਾਨਾ ਜਿਹੜਾ ਹੈ ਨਾ, ਉਹਨੂੰ ਜ਼ਰੂਰਤ ਤੋਂ ਜ਼ਿਆਦਾ ਵਧਾਇਆ ਹੈ। ਜਦੋਂ ਇੱਕ ਲਿਮਿਟ ਤੱਕ ਕੰਮ ਰਹੇਗਾ ਨਾ, ਸਹੀ ਰਹੇਗਾ। ਹਿੰਦੀ 'ਚ ਕਹਾਵਤ ਆਂਦੀ ਹੈ, ਉਹ ਕਹਿੰਦੇ ਹਰੇਕ ਚੀਜ਼ ਦੀ ਅਤੀ ਮਾੜੀ ਹੁੰਦੀ ਹੈ। ਅਤੀ ਮਤਲਬ ਹਰੇਕ ਚੀਜ਼ ਨੂੰ ਜ਼ਰੂਰਤ ਤੋਂ ਜ਼ਿਆਦਾ ਕਰਨਾ ਮਾੜਾ ਹੁੰਦਾ ਹੈ। ਯਾਨੀ ਜਦੋਂ ਇੱਕ ਫਰਮ ਆਪਣੇ ਉਤਪਾਦਨ ਦਾ ਪੈਮਾਨਾ ਜਿਹੜਾ ਹੈ ਉਹ ਇੱਕ ਲਿਮਿਟ ਤੋਂ ਵੀ ਜ਼ਿਆਦਾ ਵਧਾ ਦੇਗੀ, ਇੱਕ ਸੀਮਾ ਤੋਂ ਜ਼ਿਆਦਾ ਵਧਾ ਦੇਗੀ, ਹੁਣ ਉਹਨੂੰ ਫਾਇਦੇ ਨਹੀਂ ਹੋਣਗੇ, ਉਹਨੂੰ ਕਈ ਤਰ੍ਹਾਂ ਦੇ ਨੁਕਸਾਨ ਹੋਣਗੇ। ਆਪਾਂ ਕਹਾਂਗੇ ਉਹ ਕੀ ਨੇ? ਅੰਦਰੂਨੀ ਹਾਨੀਆਂ ਨੇ। ਆਪਦੇ ਕਰਕੇ ਹਾਨੀਆਂ ਹੋਈਆਂ, ਆਦੇ ਖੁਦ ਦੇ ਕੰਮ ਗਲਤ ਕੀਤੇ, ਖੁਦ ਨੇ ਪੁੱਠੇ ਪੰਗੇ ਲਏ, ਕੀ ਹੋਇਆ? ਨੁਕਸਾਨ ਹੋਏ। ਤਾਂ ਕੀ ਹੋਏਗਾ? ਅੰਦਰੂਨੀ ਹਾਨੀਆਂ ਹੋਣਗੀਆਂ। ਹੁਣ ਆਨੇ ਬਾਹਰੀ ਹਾਨੀਆਂ ਤੇ। ਬਾਹਰੀ ਹਾਨੀਆਂ ਕੀ ਨੇ? ਬਾਹਰੀ ਹਾਨੀਆਂ ਯਾਨੀ ਕਿ ਬਾਹਰ ਤੋਂ ਹਾਨੀਆਂ ਹੋਣਗੀਆਂ। ਇੱਕ ਫਰਮ ਨੂੰ ਨੁਕਸਾਨ ਹੋ ਰਿਹਾ, ਉਹਦੇ ਆਪਦੇ ਕਰਕੇ ਨਹੀਂ ਬਲਕਿ ਦੂਜਿਆਂ ਦੇ ਕਰਕੇ। ਜਿਵੇਂ ਬਾਹਰੀ ਬਚਤਾਂ ਦੇ ਵਿੱਚ ਇੱਕ ਫਰਮ ਨੂੰ ਦੂਜਿਆਂ ਦੇ ਕਰਕੇ ਫਾਇਦਾ ਹੋ ਰਿਹਾ ਸੀ, ਉਵੇਂ ਹੀ ਬਾਹਰੀ ਹਾਨੀਆਂ 'ਚ ਕੀ ਹੋਏਗਾ? ਇੱਕ ਫਰਮ ਨੂੰ ਦੂਜਿਆਂ ਦੇ ਕਰਕੇ ਨੁਕਸਾਨ ਹੋਏਗਾ। ਯਾਨੀ ਉਹਨੇ ਆਪ ਕੁਝ ਨਹੀਂ ਕੀਤਾ। ਉਹ ਕਹਿੰਦਾ ਭਾਈ ਸਾਹਿਬ ਮੇਰੀ ਕੋਈ ਗਲਤੀ ਨਹੀਂ ਹੈ, ਮੈਨੂੰ ਆਦੇ ਕਰਕੇ ਨੁਕਸਾਨ ਨਹੀਂ ਹੋ ਰਿਹਾ, ਮੈਨੂੰ ਦੂਜਿਆਂ ਕਰਕੇ ਨੁਕਸਾਨ ਹੋ ਜਾਂਦਾ। ਉਹ ਬੰਦਾ ਪੰਗੇ ਲੈਂਦਾ ਪਿਆ, ਉਹਦੇ ਕਰਕੇ ਮੈਨੂੰ ਨੁਕਸਾਨ ਹੋ ਰਿਹਾ। ਤਾਂ ਮੇਰੇ ਵਾਸਤੇ ਇਹ ਕੀ ਨੇ? ਮੇਰੇ ਵਾਸਤੇ ਇਹ ਬਾਹਰੀ ਹਾਨੀਆਂ ਨੇ। ਜਦੋਂ ਉਤਪਾਦਨ ਦਾ ਪੈਮਾਨਾ ਬਹੁਤ ਵੱਡਾ ਹੋ ਜਾਂਦਾ ਹੈ ਤਾਂ ਕੀ ਹੁੰਦਾ ਹੈ? ਬਾਜ਼ਾਰ ਦੇ ਵਿੱਚ ਕੱਚੇ ਮਾਲ ਦੀ ਮੰਗ ਜਿਹੜੀ ਹੈ ਨਾ, ਉਹ ਵੱਧ ਜਾਂਦੀ ਹੈ। ਤਾਂ ਕੀ ਹੋਏਗਾ? ਇੱਕ ਫਰਮ ਜਿਹੜੀ ਹੈ ਉਹ ਪਹਿਲਾਂ ਕੱਚਾ ਮਾਲ ਖਰੀਦ ਰਹੀ ਸੀ। ਮੰਨ ਲਓ ਕਹਿੰਦੇ ਪਲਾਸਟਿਕ ਖਰੀਦ ਰਿਹਾ ਸੀ 10 ਰੁਪਏ ਕਿਲੋ। ਪਲਾਸਟਿਕ ਖਰੀਦ ਰਿਹਾ, ਕੱਚਾ ਪਲਾਸਟਿਕ 10 ਰੁਪਏ ਕਿਲੋ। ਕੀ ਹੋਇਆ? ਫਰਮ ਜਿਹੜੇ ਦੂਜੀਆਂ ਫਰਮਾਂ ਵੀ ਆ ਗਈਆਂ ਬਾਜ਼ਾਰ ਦੇ ਵਿੱਚ। ਠੀਕ ਹੈ, ਕੰਪਨੀਆਂ ਪਹਿਲਾਂ 5 ਕੰਮ ਕਰਦੀਆਂ ਪਈਆਂ ਸੀ, ਹੁਣ ਮੰਨ ਲਓ ਕੰਪਨੀਆਂ ਕੰਮ ਕਰਦੀਆਂ ਪਈਆਂ ਨੇ 50। ਹੁਣ 5 ਫੈਕਟਰੀਆਂ ਤੋਂ 50 ਫੈਕਟਰੀਆਂ ਹੋ ਗਈਆਂ। ਜਿਹੜਾ ਪਲਾਸਟਿਕ ਹੈ ਉਹਦੀ ਮੰਗ ਵੱਧ ਗਈ। ਕੀ ਹੋਇਆ? ਪਲਾਸਟਿਕ ਵੇਚਣ ਵਾਲੇ ਰੇਟ ਵਧਾ ਦਿੱਤੇ।
ਯਾਨੀ ਹੁਣ ਕੀ ਹੋਏਗਾ, ਬਾਕੀ ਫਰਮਾਂ ਕਰਕੇ ਜਿਹੜੀ ਉਹ ਪਹਿਲੀ ਫਰਮ ਸੀ ਨਾ ਉਹਨੂੰ ਨੁਕਸਾਨ ਨਾਲ ਹੋਏਗਾ। ਉਹ ਕਹੇਗੀ ਯਾਰ ਮੈਂ ਕੀ ਕੀਤਾ ਹੈ, ਮੈਂ 10 ਰੁਪਏ ਕਿਲੋ ਖਰੀਦਦਾ ਪਿਆ ਸੀ, ਇਹ ਨਾਲ ਆ ਗਏ, ਇਹਨਾਂ ਨੇ ਵੀ ਮੰਗ ਵਧਾਤੀ, ਕੀ ਹੋਇਆ, ਜਿਹੜਾ ਪਲਾਸਟਿਕ ਵਾਲਾ ਸੀ ਉਹਨੇ ਰੇਟ ਵਧਾਤੇ, ਇਹਨਾਂ ਨੂੰ ਤਾਂ ਸਮਾਨ ਮਹਿੰਗਾ ਮਿਲਿਆ, ਮੈਨੂੰ ਨਾਲ ਮਹਿੰਗਾ ਦਵਾਤਾ। ਯਾਨੀ ਮੈਂ 10 ਰੁਪਏ ਕਿਲੋ ਆਰਾਮ ਨਾਲ ਖਰੀਦਦਾ ਪਿਆ ਸੀ, ਹੁਣ ਮੈਨੂੰ ਵੀ 12 ਰੁਪਏ ਕਿਲੋ ਖਰੀਦਣਾ ਪੈ ਰਿਹਾ, ਯਾਨੀ ਮੈਨੂੰ 2 ਰੁਪਏ ਕਿਲੋ ਫालतू ਦੇਣਾ ਪੈ ਰਿਹਾ। ਕਿੰਦੇ ਕਰਕੇ? ਦੂਜੀਆਂ ਫਰਮਾਂ ਕਰਕੇ। ਤਾਂ ਮੇਰੇ ਵਾਸਤੇ ਕੀ ਨੇ ਬਾਹਰੀ ਹਾਨੀਆਂ ਨੇ। ਤਾਂ ਇਹ ਚਾਰ ਜਿਹੜੀਆਂ ਨੇ ਹੁੰਦੀਆਂ ਨੇ, ਅੰਦਰੂਨੀ ਬਚਤਾਂ ਆਦੇ ਕਰਕੇ ਫਾਇਦੇ, ਅੰਦਰੂਨੀ ਹਾਨੀਆਂ ਆਦੇ ਕਰਕੇ ਨੁਕਸਾਨ, ਬਾਹਰੀ ਬਚਤਾਂ ਦੂਸਰਿਆਂ ਕਰਕੇ ਫਾਇਦੇ, ਬਾਹਰੀ ਹਾਨੀਆਂ ਦੂਸਰਿਆਂ ਕਰਕੇ ਨੁਕਸਾਨ। ਤਾਂ ਇਹ ਚਾਰ ਤਰ੍ਹਾਂ ਦੇ ਜਿਹੜੇ ਆਪਣੇ ਕੋਲ ਕਨਸੈਪਟ ਜਿਹੜੇ ਨੇ ਉਹ ਆ ਜਾਂਦੇ ਨੇ। ਤਾਂ ਵੱਧਦੇ ਪ੍ਰਤੀਫਲ ਹੋਣਗੇ, ਸਮਾਨ ਪ੍ਰਤੀਫਲ ਹੋਣਗੇ, ਘਟਦੇ ਪ੍ਰਤੀਫਲ ਹੋਣਗੇ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਬਚਤਾਂ ਤੇ ਹਾਨੀਆਂ ਕੀ ਹਿਸਾਬ ਕਿਤਾਬ ਹੈ। ਜੇ ਬਚਤਾਂ ਜ਼ਿਆਦਾ ਨੇ ਹਾਨੀਆਂ ਨਾਲੋਂ ਤਾਂ ਵੱਧਦੇ ਪ੍ਰਤੀਫਲ, ਜੇ ਬਚਤਾਂ ਘੱਟ ਨੇ ਹਾਨੀਆਂ ਨਾਲੋਂ ਤਾਂ ਘਟਦੇ ਪ੍ਰਤੀਫਲ, ਜੇ ਬਚਤਾਂ ਤੇ ਹਾਨੀਆਂ ਬਰਾਬਰ ਨੇ ਤਾਂ ਕੀ ਹੋਏਗਾ, ਸਮਾਨ ਪ੍ਰਤੀਫਲ। ਇਹ ਆਪਣੇ ਸੀ ਟੌਪਿਕ ਅੱਜ ਦਾ। ਅਗਲੇ ਲੈਕਚਰ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਅੰਦਰੂਨੀ ਬਚਤਾਂ ਨੇ ਉਹ ਕਿਹੜੀਆਂ ਹੁੰਦੀਆਂ ਨੇ, ਕਿਹੜੀਆਂ ਚੀਜ਼ਾਂ ਕਰਕੇ ਇੱਕ ਕੰਪਨੀ ਜਿਹੜੀ ਹੈ, ਇੱਕ ਫਰਮ ਜਿਹੜੀ ਹੈ ਉਹਨੂੰ ਫਾਇਦਾ ਹੁੰਦਾ ਹੈ। ਇਸੇ ਤਰ੍ਹਾਂ ਬਾਹਰੀ ਬਚਤਾਂ ਕਿਹੜੀਆਂ ਨੇ, ਅੰਦਰੂਨੀ ਹਾਨੀਆਂ ਕਿਹੜੀਆਂ ਨੇ, ਬਾਹਰੀ ਹਾਨੀਆਂ ਕਿਹੜੀਆਂ ਨੇ, ਇਹ ਸਾਰੇ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। Till then, it's goodbye from my side. Thank you very much.